ਲੜੀਵਾਰ ਗੁਰਬਾਣੀ ਸ਼ਬਦ ਵਿਚਾਰ। ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਪਾਵਨ ਸ਼ਬਦ ਦੀ ਵਿਚਾਰ ਦੇ ਨਾਲ ਸਾਂਝ ਪਾਉਣ ਵਾਸਤੇ ਜੋ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਅੱਜ ਦੇ ਅੰਮ੍ਰਿਤਮਈ ਬਚਨਾਂ ਦੇ ਰਾਹੀਂ ਜੋ ਸਾਨੂੰ ਮਨੁੱਖੀ ਦੁਨਿਆਵੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ। ਸੁਲਤਾਨ ਖਾਨ ਮਲੂਕ ਉਮਰੇ, ਗਏ ਕਰ ਕਰ ਕੂਚ। ਘੜੀ ਮੋਹਤ ਕੇ ਚੱਲਣਾ, ਦਿਲ ਸਮਝ ਤੂੰ ਪੇ ਪਹੁੰਚ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਸ਼ਬਦ ਵਿਚਾਰ ਦਾ ਲਾਹਾ ਪ੍ਰਾਪਤ ਕਰਦੇ ਆ ਰਹੇ ਹੋ। ਧੰਨ ਧੰਨ ਗੁਰੂ ਨਾਨਕ ਸਾਹਿਬ ਸਤਿਗੁਰੂ ਜੀ ਵੱਲੋਂ ਉਚਾਰਨ ਕੀਤਾ ਹੋਇਆ ਸ਼੍ਰੀ ਰਾਗ ਦੇ ਵਿੱਚ ਪਾਵਨ ਸ਼ਬਦ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 64 ਦੇ ਉੱਪਰ ਸੁਭਾਏਮਾਨ ਹੈ। ਇਸ ਪਾਵਨ ਸ਼ਬਦ ਦੇ ਪਹਿਲੇ 3 ਪਦਿਆਂ ਦੀ ਵਿਚਾਰ ਕੱਲ ਆਪ ਜੀ ਨੇ ਸਰਵਨ ਕੀਤੀ। ਅਗਲੇਰੇ ਪਾਵਨ ਬਚਨਾਂ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜੋ ਕਿਰਪਾ ਕਰਦੇ ਨੇ, ਬੜੇ ਪਿਆਰ ਦੇ ਨਾਲ ਸਮਝਣ ਦਾ ਯਤਨ ਕਰੀਏ। ਚੌਥੇ ਪਦੇ ਦੀ ਵਿਚਾਰ ਨੂੰ ਸਮਝਣ ਤੋਂ ਪਹਿਲਾਂ ਇੱਕ ਵਾਰ ਫਿਰ ਸ਼ਬਦ ਦਾ ਕੇਂਦਰੀ ਭਾਵ ਰਹਾਉ ਵਾਲੀ ਪੰਕਤੀ ਨੂੰ ਸਮਝ ਲਈਏ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ, ਦੁਨੀਆ ਕੈਸ ਮੁਕਾਮੇ, ਕਰ ਸਿਦਕ ਕਰਨੀ ਖਰਚ ਬਾਂਧੋ, ਲਾਗ ਰਹੋ ਨਾਮੇ। ਇਹ ਜੋ ਸੱਚ ਹੈ ਦੁਨੀਆ ਦਾ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਮਝਾਉਂਦੇ ਨੇ ਕਿ ਇਸ ਜਗਤ ਦੇ ਅੰਦਰ ਜਿਤਨੇ ਵੀ ਜੀਵ ਨੇ, ਕੋਈ ਵੀ ਸਦਾ ਵਾਸਤੇ ਟਿਕਣ ਵਾਲਾ ਨਹੀਂ ਹੈ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਜੋ ਆਇਆ ਹੈ ਉਹਨੇ ਚਲੇ ਜਾਣਾ ਹੈ। ਇਹ ਸੰਸਾਰ ਦੇ ਵਿੱਚ ਜਦੋਂ ਦਾ ਕਾਦਰ ਨੇ ਕੁਦਰਤ ਨੂੰ ਸਾਜਿਆ ਹੈ, ਉਦੋਂ ਤੋਂ ਹੀ ਇਹ ਨਿਯਮ ਪਰਮੇਸ਼ਵਰ ਦਾ ਚੱਲਿਆ ਆ ਰਿਹਾ ਕਿ ਜੋ ਜੋ ਵੀ ਉਪਜਿਆ ਹੈ ਉਹਨੇ ਬਿਨਸ ਜਾਣਾ। ਜੋ ਇਸ ਜਗਤ ਵਿੱਚ ਦੁਨੀਆ ਵਿੱਚ ਆਇਆ ਉਹਨੇ ਚਲੇ ਜਾਣਾ ਹੈ। ਕੋਈ ਇੱਥੇ ਸਦਾ ਰਹਿਣ ਵਾਸਤੇ ਨਾ ਆਇਆ ਤੇ ਨਾ ਕਿਸੇ ਨੇ ਸਦਾ ਰਹਿਣਾ ਹੈ। ਜਦੋਂ ਦੀ ਇਹ ਕੁਦਰਤ ਸਾਚੀ ਹੈ, ਉਦੋਂ ਤੋਂ ਲੈ ਕੇ ਅੱਜ ਤੱਕ ਕਿੰਨੇ ਸੰਸਾਰ ਦੇ ਵਿੱਚ ਜੀਵ ਆਏ ਚਲੇ ਗਏ, ਤੇ ਜੇ ਉਹ ਸਦਾ ਨਹੀਂ ਰਹੇ ਤੇ ਸਦਾ ਆਪਾਂ ਵੀ ਨਹੀਂ ਰਹਿਣਾ। ਤੇ ਜੇ ਅੱਜ ਦੇ ਸਮੇਂ ਵਿੱਚ ਅਸੀਂ ਵੀ ਸਦਾ ਨਹੀਂ ਰਹਿਣਾ ਤੇ ਆਉਣ ਵਾਲਿਆਂ ਨੇ ਵੀ ਸਦਾ ਨਹੀਂ ਰਹਿਣਾ।
ਜਿਸ ਤਰ੍ਹਾਂ ਦਿਨ ਆਇਆ ਚਲਾ ਗਿਆ, ਰਾਤ ਆਈ ਚਲੀ ਗਈ, ਨਾ ਦਿਨ ਰੁਕ ਸਕਦਾ ਤੇ ਨਾ ਰਾਤ ਰੁਕ ਸਕਦੀ ਹੈ। ਰੁੱਤਾਂ ਆਉਂਦੀਆਂ ਨੇ, ਚਲੀਆਂ ਜਾਂਦੀਆਂ ਨੇ, ਫਿਰ ਆਉਂਦੀਆਂ ਨੇ, ਚਲੀਆਂ ਜਾਂਦੀਆਂ ਨੇ। ਇਸੇ ਤਰ੍ਹਾਂ ਇਸ ਸੰਸਾਰ ਦੇ ਵਿੱਚ ਜੀਵ ਆ ਰਿਹਾ ਹੈ, ਜਾ ਰਿਹਾ ਹੈ। ਸਭ ਕਹਿੰਦੇ ਕਿਸ ਤਰ੍ਹਾਂ ਇਸ ਦੁਨੀਆ ਦੇ ਵਿੱਚ ਕੋਈ ਸਦਾ ਟਿਕ ਸਕਦਾ ਹੈ? ਕੋਈ ਵੀ ਟਿਕਣ ਵਾਲੀ ਥਾਂ ਇਸ ਦੁਨੀਆ 'ਚ ਨਹੀਂ। ਇਸ ਵਾਸਤੇ ਆਏ ਹਾਂ, ਜਾਣਾ ਹੈ, ਪਰ ਜਾਣ ਲੱਗਿਆਂ ਸਾਡੇ ਪੱਲੇ ਕੀ ਹੋਵੇਗਾ ਇਹਦਾ ਧਿਆਨ ਰੱਖਣਾ ਹੈ। ਕਿ ਜਦੋਂ ਅਸੀਂ ਦੁਨੀਆ ਤੋਂ ਜਾਣਾ, ਜਦੋਂ ਅਸੀਂ ਆਏ ਸੀ ਇਸ ਸਰੀਰ ਦੇ ਨਾਲ ਆਏ ਸੀ, ਪਰ ਜਦੋਂ ਅਸੀਂ ਦੁਨੀਆ ਤੋਂ ਜਾਣਾ ਹੈ ਤੇ ਸਰੀਰ ਨੂੰ ਛੱਡ ਕੇ ਜਾਣਾ ਹੈ। ਤੇ ਜਦੋਂ ਅਸੀਂ ਸਰੀਰ ਨੂੰ ਛੱਡ ਕੇ ਜਾਣਾ ਹੈ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ, ਜਦੋਂ ਇਹਨੂੰ ਦੁਨੀਆ ਦੇ ਅੰਦਰ ਹੀ ਛੱਡਣਾ ਹੈ ਤੇ ਫਿਰ ਸਾਡੀ ਇਸ ਜੀਵ, ਸਾਡੀ ਇਸ ਜਿੰਦ ਦੇ ਨਾਲ ਕੀ ਹੈ? ਸਭ ਕਹਿੰਦੇ ਉਹ ਤੁਸੀਂ ਖਰਚ ਜਿਹੜਾ ਹੈ ਨਾ ਉਹਨੂੰ ਆਪਣੇ ਪੱਲੇ ਬੰਨੋ। ਹੁਣ ਉਹ ਖਰਚ ਕਿਹੜਾ ਹੈ? ਸਭ ਕਹਿੰਦੇ ਖਰਚ ਬਾਂਧੋ ਲਾਗ ਰਹੋ ਨਾਮੇ। ਪਰਮੇਸ਼ਵਰ ਦੇ ਨਾਮ ਦੇ ਨਾਲ ਜੁੜੇ ਰਹੋ, ਪਰਮੇਸ਼ਵਰ ਦੀ ਬੰਦਗੀ ਦੇ ਨਾਲ ਜੁੜੇ ਰਹੋ। ਇਹੀ ਤੁਹਾਡੇ ਜੀਵ ਆਤਮਾ ਵਾਸਤੇ ਉਹ ਖਰਚ ਹੈ ਜਿਹਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਸੁਖਮਨੀ ਸਾਹਿਬ ਦੀ ਬਾਣੀ ਅੰਦਰ ਆਖਦੇ ਨੇ, ਸਾਥ ਨਾ ਚਾਲੈ ਬਿਨ ਭਜਨ। ਉਹ ਜਿਹੜੀ ਭਜਨ ਬੰਦਗੀ ਹੈ, ਸਭ ਕਹਿੰਦੇ ਖਰਚ ਬੰਧੋ ਲਾਗ ਰਹੋ ਨਾਮੇ। ਤੂੰ ਪਰਮੇਸ਼ਵਰ ਦੇ ਨਾਮ ਦੇ ਨਾਲ ਜੁੜਿਆ ਰਹਿ। ਸਮਾਂ ਭਾਵੇਂ ਜਿੱਦਾਂ ਦਾ ਮਰਜ਼ੀ ਹੋਵੇ, ਤੂੰ ਬੰਦਗੀ ਦੇ ਨਾਲ ਜੁੜਿਆ ਰਹਿ। ਕਿਉਂਕਿ ਸਾਥ ਨਾ ਚਾਲੈ ਬਿਨ ਭਜਨ, ਵਿਖਿਆ ਸਗਲੀ ਛਾਰ। ਹਰ ਹਰ ਨਾਮ ਕਮਾਵਣਾ ਨਾਨਕ ਇਹ ਧਨ ਸਾਰ। ਆ ਸ੍ਰੇਸ਼ਟ ਧਨ, ਇਹ ਉੱਤਮ ਧਨ ਹੈ ਜਿਹੜਾ ਤੇਰੇ ਵਾਸਤੇ ਉਹ ਤੋਸਾ ਹੈ ਜੋ ਤੂੰ ਆਪਣੇ ਜੀਵ ਦੇ ਨਾਲ, ਜਿੰਦ ਦੇ ਨਾਲ ਲੈ ਜਾ ਸਕਦਾ ਹੈ। ਕਬੀਰ ਸਾਹਿਬ ਨੇ ਆਖਿਆ, ਕਬੀਰ ਇਹ ਤਨ ਜਾਹੇਗਾ, ਕਿਉਂਕਿ ਸਦਾ ਟਿਕਣ ਵਾਲਾ ਨਹੀਂ। ਜੇ ਬਚਪਨ ਨਹੀਂ ਟਿਕਿਆ ਤੇ ਜੋਬਨ ਨਹੀਂ ਟਿਕਣਾ, ਜੇ ਜੋਬਨ ਨਹੀਂ ਟਿਕਿਆ ਤੇ ਬੁਢੇਪਾ ਵੀ ਨਹੀਂ ਟਿਕੇਗਾ। ਅਸੀਂ ਆਪਣੇ ਜੀਵਨ ਅੰਦਰ ਹੀ ਝਾਤ ਮਾਰ ਲਈਏ ਕਿ ਅਸੀਂ ਆਪਣੇ ਬਚਪਨ ਨੂੰ ਸਦਾ ਲਈ ਰੋਕ ਲਿਆ। ਦੇਖਦਿਆਂ ਦੇਖਦਿਆਂ ਬਚਪਨ ਸਾਡੇ ਹੱਥਾਂ ਤੋਂ ਚਲਾ ਗਿਆ। ਜੇ ਜੋਬਨ ਸਾਡੇ ਤੇ ਆਇਆ ਤੇ ਦੇਖਦਿਆਂ ਦੇਖਦਿਆਂ ਜੋਬਨ ਚਲਾ ਗਿਆ। ਇਸੇ ਤਰ੍ਹਾਂ ਦੇਖਦਿਆਂ ਦੇਖਦਿਆਂ ਬੁਢੇਪਾ ਚਲਾ ਜਾਏਗਾ। ਤਿੰਨ ਹੀ ਜ਼ਿੰਦਗੀ ਦੇ ਪੜਾਅ ਨੇ। ਚੌਥਾ ਪੜਾਅ ਉਹ ਨਿਰੰਕਾਰ ਪਰਮੇਸ਼ਵਰ ਵਾਹਿਗੁਰੂ ਜੀ ਦਾ ਘਰ ਹੈ, ਪਰ ਉਹ ਤਾਂ ਹੋਏਗਾ ਜੇ ਅਸੀਂ ਨਾਮ ਦੀ ਕਮਾਈ ਕਰਾਂਗੇ, ਪਰਮੇਸ਼ਵਰ ਦੇ ਨਾਮ ਦੇ ਅਭਿਆਸੀ ਬਣਾਂਗੇ। ਆਪਣੇ ਜੀਵਨ ਦੇ ਅੰਦਰ ਸਬਰ ਸੰਤੋਖ ਵਾਲਾ ਗੁਣ ਜਿਹੜਾ ਹੈ ਇਹ ਸਾਡੇ ਕੋਲ ਹੋਵੇਗਾ। ਸਤਿਗੁਰੂ ਮਹਾਰਾਜ ਜੀ ਨੇ ਫਿਰ ਪਾਵਨ ਸ਼ਬਦ ਦੇ ਚੌਥੇ ਪਦੇ ਵਿੱਚ ਅੱਜ ਕਿਰਪਾ ਕੀਤੀ। ਸਾਹਿਬ ਜੀ ਕਹਿੰਦੇ, ਸੁਲਤਾਨ ਖਾਨ ਮਲੂਕ ਉਮਰੇ। ਵੱਡੇ ਵੱਡੇ ਸੁਲਤਾਨ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਸਨ, ਵੱਡੇ ਵੱਡੇ ਖਾਨ ਆਪਣੇ ਆਪ ਨੂੰ ਜਿਹੜੇ ਕਹਾਉਂਦੇ ਸਨ, ਬੜੇ ਬੜੇ ਬਾਦਸ਼ਾਹ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਸੀ, ਆਪਣੇ ਆਪ ਨੂੰ ਉਹਨਾਂ ਬਾਦਸ਼ਾਹਾਂ ਦੇ ਵਜ਼ੀਰ ਕਹਾਉਂਦੇ ਸਨ, ਜਿਨ੍ਹਾਂ ਨੂੰ ਆਖਿਆ ਵੀ ਇਹ ਬੜੇ ਅਮੀਰ ਨੇ। ਸਾਹਿਬ ਜੀ ਕਹਿੰਦੇ, ਭਾਵੇਂ ਕੋਈ ਸੁਲਤਾਨ ਹੈ, ਖਾਨ ਹੈ, ਕੋਈ ਮਲਕੀਅਤ ਦਾ ਮਾਲਕ ਹੈ, ਕੋਈ ਰਾਜਾ ਹੈ, ਮਹਾਰਾਜਾ ਹੈ, ਗਏ ਕਰ ਕਰ ਕੂਚ। ਇਹ ਵੀ ਸੰਸਾਰ ਤੋਂ ਕੂਚ ਕਰ ਗਏ। ਸਮਾਂ ਆਇਆ ਦੁਨੀਆ ਤੋਂ ਚਲੇ ਗਏ। ਬੜੇ ਬੜੇ ਹੁਕਮਰਾਨ ਦੁਨੀਆ ਤੋਂ ਚਲੇ ਗਏ।
बड़े बड़े हंकार करन वाले भी दुनिया तो चले गए, ਜਿਹੜੇ ਕਹਿੰਦੇ ਸੀ ਸਾਨੂੰ मौत आ ही नहीं सकती। ਅਸੀਂ ਕਦੇ ਦੁਨੀਆ ਤੋਂ ਜਾ ਹੀ ਨਹੀਂ ਸਕਦੇ ਹਾਂ। ਜਿਨ੍ਹਾਂ ਨੇ ਪੱਕੀਆਂ ਮੋਹਰਾਂ ਆਪਣੇ ਵੱਲੋਂ ਸੰਸਾਰ ਵਿੱਚ ਲਾਈਆਂ, ਉਹ ਵੀ ਸੰਸਾਰ ਤੋਂ ਕੂਚ ਕਰ ਗਏ। ਇਹੀ ਸਾਡੀ ਜ਼ਿੰਦਗੀ ਦੀ ਅਸਲੀਅਤ ਹੈ ਕਿ ਇਹ ਕੂਚ ਦੁਨੀਆ ਤੋਂ ਅਸੀਂ ਕਰ ਜਾਣਾ ਹੈ, ਪਰ ਸੱਚ ਤਾਂ ਇਹ ਹੈ ਵੀ ਕਦੋਂ ਕਰਨਾ ਹੈ ਇਹ ਨਹੀਂ ਪਤਾ। ਕਦੋਂ ਸਾਨੂੰ ਇਸ ਸੰਸਾਰ ਤੋਂ ਕੂਚ ਕਰਨਾ ਪੈ ਜਾਏ, ਚੱਲਣਾ ਪੈ ਜਾਏ, ਕੋਈ ਨਹੀਂ ਪਤਾ। ਇਸ ਲਈ ਆਪਣੀ ਤਿਆਰੀ ਕਰਕੇ ਰੱਖੀਏ। ਜਿਹਨੂੰ ਪਤਾ ਹੋਵੇ ਨਾ ਕਿ ਪਤਾ ਨਹੀਂ ਕਿਹੜੇ ਵੇਲੇ ਸੁਨੇਹਾ ਆ ਜਾਣਾ ਹੈ, ਕਿਹੜੇ ਵੇਲੇ ਚੱਲਣਾ ਪੈਣਾ ਹੈ, ਉਹ ਹਰ ਵੇਲੇ ਆਪਣੀ ਤਿਆਰੀ ਕਰਕੇ ਰੱਖਦਾ ਹੈ। ਕਬੀਰ ਇਹ ਤਨ ਜਾਹੇਗਾ, ਸਕੋ ਤਾਂ ਲਿਹੋ ਬਹੋਰ, ਨਾਂਗੇ ਪਾਵੋਂ ਤੇ ਗਏ ਜਿਨ ਕੇ ਲੱਖ ਕਰੋੜ। ਕਹਿੰਦੇ ਤਿਆਰੀ ਕਰਕੇ ਰੱਖ, ਚੱਲਣਾ ਪਤਾ ਨਹੀਂ ਕਿਹੜੇ ਵੇਲੇ ਪੈ ਜਾਏ। ਔਰ ਸਾਰਾ ਜਗਤ ਹੀ ਚੱਲਣਹਾਰ ਹੈ। ਅਸੀਂ ਕਿਹਦੇ ਨਾਲ ਦੋਸਤੀ ਕਰਾਂਗੇ ਵੀ ਚਲੋ ਇਹ ਸਾਡੇ ਕੰਮ ਆ ਜਾਏਗਾ, ਜੇ ਮੇਰੇ ਪੱਲੇ ਕੁਛ ਨਹੀਂ, ਚਲੋ ਜਿਹੜਾ ਮੇਰੇ ਨਾਲ, ਜਿਹਦੀ ਮੇਰੇ ਨਾਲ ਦੋਸਤੀ ਹੈ ਉਹਦੇ ਕੋਲ ਬੜਾ ਕੁਛ ਹੈ ਤੇ ਉਹ ਮੇਰੇ ਨਾਲ ਹੈ ਤੇ ਕੰਮ ਆ ਜਾਏਗਾ। ਪਰ ਮਹਾਰਾਜ ਜੀ ਕਹਿੰਦੇ ਨਹੀਂ, ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣਹਾਰ। ਸਾਰਾ ਜਗਤ ਹੀ ਚੱਲਣਹਾਰ ਹੈ, ਪਰ ਜਦੋਂ ਚੱਲਣਾ ਕੋਈ ਕਿਸੇ ਦੇ ਨਾਲ ਨਹੀਂ ਚੱਲਣਾ। ਸਭ ਆਪਣੀ ਆਪਣੀ ਵਾਰੀ ਚੱਲਣਾ ਪੈਣਾ ਹੈ। ਤੇ ਜੇ ਆਪਣੀ ਆਪਣੀ ਵਾਰੀ ਚੱਲਣਾ ਫਿਰ ਤਿਆਰੀ ਵੀ ਆਪਣੀ ਆਪਣੀ ਕਰੀਏ। ਕਰਮ ਆਪਣੇ ਆਪਣੇ ਨੇ, ਕਰਮ ਦਾ ਫਲ ਆਪਣਾ ਆਪਣਾ ਹੈ। ਤਾਂ ਫਿਰ ਸਾਨੂੰ ਤਿਆਰੀ ਵੀ ਆਪਣੀ ਜਿਹੜੀ ਆ ਉਹ ਕਰਨੀ ਪਏਗੀ। ਇਸੇ ਲਈ ਬੜੀ ਵਾਰ ਇਸ ਅਸਥਾਨ ਤੋਂ ਬੇਨਤੀ ਕੀਤੀ ਕਿ ਜੇ ਸਵੇਰੇ ਸਾਡੀ ਅੰਮ੍ਰਿਤ ਵੇਲੇ ਅੱਖ ਖੁੱਲ੍ਹਦੀ ਹੈ ਤਾਂ ਨਿਤਨੇਮ ਦਾ ਪਾਠ ਇਸੇ ਲਈ ਕਰਨਾ ਹੈ ਕਿ ਇਹ ਸਾਡੀ ਤਿਆਰੀ ਹੈ। ਕੀ ਪਤਾ ਦਿਨ ਵੇਲੇ ਕੂਚ ਕਰਨਾ ਪੈ ਜਾਏ, ਤੇ ਜੇ ਸਾਨੂੰ ਦਿਨ ਵੇਲੇ ਕਿਸੇ ਵੀ ਵੇਲੇ ਕੂਚ ਕਰਨਾ ਪੈ ਜਾਏ ਤੇ ਸਾਡੀ ਤਿਆਰੀ ਤਾਂ ਕੀਤੀ ਹੋਏਗੀ। ਜੇ ਅਸੀਂ ਦਿਨ ਲੰਘਾ ਲਿਆ ਵੀ ਚਲੋ ਨਹੀਂ ਕੂਚ ਕਰ ਸਕੇ, ਨਹੀਂ ਸੱਦਾ ਆਇਆ, ਨਹੀਂ ਸੁਨੇਹਾ ਆਇਆ, ਅੱਗੇ ਰਾਤ ਆ ਗਈ ਹੈ, ਤੇ ਰਾਤ ਸੌਣ ਤੋਂ ਪਹਿਲਾਂ ਵੀ ਅਸੀਂ ਅੰਮ੍ਰਿਤਮਈ ਬਾਣੀ ਦਾ ਪਾਠ ਕਰਕੇ ਸੌਣਾ, ਇਹ ਸਾਡੀ ਤਿਆਰੀ ਹੈ। ਵੀ ਕੀ ਪਤਾ ਸੁੱਤਿਆਂ ਪਿਆਂ ਹੀ ਸੁਨੇਹਾ ਆ ਜਾਏ, ਸੱਦਾ ਆ ਜਾਏ ਤੇ ਕੂਚ ਕਰਨਾ ਪੈ ਜਾਏ। ਬੇਫਿਕਰੇ ਤਾਂ ਹੋਵਾਂਗੇ ਵੀ ਮੈਂ ਆਪਣੀ ਤਿਆਰੀ ਕਰਕੇ ਸੌਣ ਲੱਗਾ, ਮੈਂ ਆਪਣੀ ਅਰਦਾਸ ਕਰਕੇ ਸੌਣ ਲੱਗਾ। ਦੇਹੋ ਸੱਜਣ ਆਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ। ਮੈਂ ਆਪਣੀ ਤਿਆਰੀ ਕਰਕੇ ਸੌਣ ਲੱਗਾ। ਜੇ ਕੂਚ ਕਰਨਾ ਵੀ ਪੈ ਜਾਏਗਾ ਤੇ ਕੋਈ ਪਰਵਾਹ ਨਹੀਂ, ਕਿਉਂਕਿ ਤਿਆਰੀ ਕੀਤੀ ਹੋਈ ਹੈ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਮਝਾਇਆ ਕਿ ਇਹ ਜਿੰਨੇ ਵੀ ਵੱਡੇ ਵੱਡੇ, ਅਸੀਂ ਇਹਦਾ ਮਾਣ ਨਾ ਕਰੀਏ ਵੀ ਮੈਂ ਸੁਲਤਾਨ ਆ, ਖਾਨ ਆ, ਮੈਂ ਬੜੀ ਮਲਕੀਅਤ ਦਾ ਮਾਲਕ ਹਾਂ, ਮੈਂ ਬਾਦਸ਼ਾਹ ਹਾਂ, ਰਾਜਾ ਹਾਂ, ਮੈਂ ਅਮੀਰ ਹਾਂ, ਮੇਰੇ ਕੋਲ ਕਰੋੜਾਂ ਅਰਬਾਂ ਖਰਬਾਂ ਹੈ। ਸਾਹਿਬ ਜੀ ਕਹਿੰਦੇ ਜਿੱਦਣ ਕੂਚ ਕਰਨਾ ਪਤਾ ਉਸ ਦਿਨ ਲੱਗਣਾ ਵੀ ਤੇਰੇ ਪੱਲੇ ਕੀ ਹੈ। ਉਸ ਦਿਨ ਪਤਾ ਲੱਗਣਾ ਨਾਂਗੇ ਪਾਵੋਂ ਤੇ ਗਏ ਜਿਨ ਕੇ ਲੱਖ ਕਰੋੜ। ਜਿਨ੍ਹਾਂ ਦੇ ਕੋਲ ਲੱਖਾਂ ਕਰੋੜਾਂ ਸੀ, ਜਾਂਦੇ ਤਾਂ ਉਹ ਵੀ ਨੰਗੇ ਪੈਰੀ ਨੇ, ਉਹ ਵੀ ਆ ਸਰੀਰ ਦਾ ਚੋਲਾ ਛੱਡ ਕੇ ਜਾਂਦੇ ਨੇ। ਉਹ ਇਹ ਤੇ ਨਹੀਂ ਵੀ ਜਿਹੜਾ ਅਮੀਰ ਹੈ ਉਹ ਸਰੀਰਕ ਚੋਲਾ ਨਾਲ ਲੈ ਕੇ ਜਾਂਦਾ ਹੈ। ਜੇ ਤਾਂ ਸਰੀਰ ਚੋਲਾ ਨਾਲ ਲੈ ਕੇ ਜਾਣਾ ਹੋਵੇ ਫਿਰ ਤੇ ਆਪਾਂ ਆਪਣੇ ਖੀਸੇ ਜੇਬਾਂ ਭਰ ਲਈਏ ਚੰਗੀ ਤਰ੍ਹਾਂ, ਫਿਰ ਤੇ ਸੋਨਾ ਚਾਂਦੀ ਹੀਰੇ ਮੋਤੀ ਆਪਣੇ ਸਰੀਰ ਤੇ ਚੰਗੀ ਤਰ੍ਹਾਂ ਅਸੀਂ ਜੜ ਲਈਏ, ਗਹਿਣੇ ਬਣਾ ਕੇ ਵੀ ਇਹ ਨਾਲ ਜਾਣਾ ਹੈ ਸਰੀਰ। ਪਰ ਮਹਾਰਾਜ ਕਹਿੰਦੇ ਕਿਸੇ ਦਾ ਵੀ ਇਹ ਸਰੀਰਕ ਚੋਲਾ ਨਾਲ ਨਾ ਗਿਆ ਤੇ ਨਾਲ ਨਾ ਜਾਣਾ ਹੈ। ਇਹ ਤਾਂ ਇੱਥੇ ਹੀ ਛੱਡ ਕੇ ਜਾਣਾ ਹੈ। ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ। ਇਹ ਤੇ ਦੁਨੀਆ ਦੇ ਅੰਦਰ ਛੱਡ ਕੇ ਜਾਣਾ ਹੈ। ਭਾਵੇਂ ਕੋਈ ਚੰਗਾ ਹੈ ਭਾਵੇਂ ਮਾੜਾ ਹੈ, ਜਾਣਾ ਸਭਨਾਂ ਨੇ ਸਰੀਰਕ ਚੋਲਾ ਛੱਡ ਕੇ ਹੈ।
ਤੇ ਜੇ ਸਰੀਰਕ ਝੋਲਾ ਛੱਡ ਕੇ ਜਾਣਾ ਤੇ ਪਤਾ ਉਦੋਂ ਲੱਗਣਾ ਵੀ ਇਹਦੇ ਪੱਲੇ ਕੀ ਹੈ, ਇਹ ਕਿੰਨਾ ਕੁ ਧਨਵੰਤ ਹੈ। ਉਦੋਂ ਪਤਾ ਲੱਗੇਗਾ। ਸਾਰੀ ਉਮਰ ਜਿਹੜਾ ਕਹਿੰਦਾ ਸੀ ਮੈਂ ਧਨਵੰਤ ਹਾਂ, ਤੇ ਜੇ ਉਹਨੇ ਨਾਮ ਦੀ ਕਮਾਈ ਨਾ ਕੀਤੀ, ਜਾਂ ਖਰਚ ਬੰਦੋ ਲਾਗ ਰਹੋ ਹਰ ਰਹੋ ਨਾਮੇ, ਜੇ ਪਰਮੇਸ਼ਵਰ ਦੇ ਨਾਮ ਦੀ ਬੰਦਗੀ ਨਾ ਕੀਤੀ, ਤੇ ਸਾਰੀ ਉਮਰ ਅਰਬਾਂ ਖਰਬਾਂ ਦਾ ਮਾਲਕ ਕਹਾਉਣ ਵਾਲਾ ਕੰਗਾਲ ਹੋ ਕੇ ਦੁਨੀਆ ਤੋਂ ਜਾਂਦਾ ਹੈ। ਇੱਕ ਕੌਡੀ ਦਾ ਵੀ ਮਾਲਕ ਨਹੀਂ ਹੁੰਦਾ ਜਦੋਂ ਉਹ ਕੂਚ ਕਰਦਾ ਹੈ। ਤੇ ਕੂਚ ਕਦੋਂ ਕਰਨਾ ਹੈ ਪਤਾ ਹੀ ਕੋਈ ਨਹੀਂ ਹੈ। ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਏ, ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ। ਜਦੋਂ ਸੱਦਾ ਆਇਆ ਕੂਚ ਕਰਨਾ ਪਏਗਾ। ਤੇ ਜਦੋਂ ਕੂਚ ਕਰਨਾ ਹੈ, ਜਦੋਂ ਸੱਦਾ ਆ ਗਿਆ, ਉੱਥੇ ਫਿਰ ਕਿਸੇ ਦਾ ਜ਼ੋਰ ਨਹੀਂ ਚੱਲਣਾ। ਉੱਥੇ ਕਿਸੇ ਦੀ ਪਾਵਰ, ਕਿਸੇ ਦੀ ਤਾਕਤ ਕੰਮ ਨਹੀਂ ਆਏ। ਅਸੀਂ ਸਾਰੀ ਉਮਰ ਆਪਣੀ ਪਾਵਰ ਦਿਖਾਉਂਦੇ ਰਹਿ ਜਾਂਦੇ ਹਾਂ, ਆਪਣੀ ਤਾਕਤ ਦਾ ਮਾਣ ਕਰਦੇ ਰਹਿ ਜਾਂਦੇ ਹਾਂ। ਅਸੀਂ ਤਾਕਤ ਦੁਨੀਆ ਨੂੰ ਦਿਖਾਉਂਦੇ ਰਹਿ ਜਾਂਦੇ ਹਾਂ। ਪਰ ਜਿੱਦਣ ਸਾਡਾ ਕੂਚ ਕਰਨ ਦਾ ਸਮਾਂ ਆਉਂਦਾ ਹੈ, ਉਦੋਂ ਸਾਡੀ ਤਾਕਤ, ਪਾਵਰ ਫੇਲ ਹੋ ਜਾਂਦੀ ਹੈ। ਉਦੋਂ ਫਿਰ ਸਾਡਾ ਇਹ ਜ਼ੋਰ ਨਹੀਂ ਉੱਥੇ ਚੱਲਦਾ। ਇਸ ਲਈ ਮਹਾਰਾਜ ਜੀ ਕਹਿੰਦੇ ਆ, ਸੁਲਤਾਨ ਖਾਨ ਮਲੂਕ ਉਮਰੇ ਗਏ ਕਰ ਕਰ ਕੂਚ, ਇਹ ਸਭ ਚਲੇ ਗਏ। ਵਾਰੀ ਵਾਰੀ ਸਭ ਜਿਹੜੇ ਨੇ ਇਹ ਕੂਚ ਕਰ ਗਏ। ਘੜੀ ਮੋਹਤ ਕੈ ਚੱਲਣਾ, ਦਿਲ ਸਮਝ ਤੂੰ ਬੇ ਪਹੁੰਚਾ। ਆਪਣੇ ਆਪਣੇ ਮਨ ਨੂੰ ਸਮਝਾਉਣਾ ਹੈ, ਆਪਣੇ ਆਪਣੇ ਅੰਦਰ ਹਿਰਦੇ ਦੇ ਵਿੱਚ ਇਸ ਗੱਲ ਨੂੰ ਰੱਖ ਕੇ ਸਮਝਾਉਣਾ ਹੈ। ਕਹਿੰਦੇ ਧਿਆਨ ਰੱਖ, ਜੇ ਉਹ ਕੂਚ ਕਰ ਗਏ ਤੇ ਘੜੀ ਮੌਤ ਤੇਰਾ ਵੀ ਸਮਾਂ ਆ ਜਾਣਾ ਹੈ ਕੂਚ ਕਰਨ ਦਾ। ਘੜੀ ਮੌਤ ਦਾ ਅਰਥ ਹੁੰਦਾ ਘੜੀ ਦੋ ਘੜੀ, ਵੀ ਇੱਕ ਨਹੀਂ ਤਾਂ ਦੋ ਘੜੀ। ਘੜੀ ਦੋ ਘੜੀ ਦੇ ਵਿੱਚ ਤੂੰ ਵੀ ਸਮਝ ਲੈ ਕਿ ਆਹ ਕੂਚ ਕਰਨ ਵਾਲਾ ਸੁਨੇਹਾ ਤੇਰੇ ਕੋਲ ਵੀ ਪਹੁੰਚਿਆ ਹੈ। ਜੋ ਤੇਰੇ ਨਾਲ ਗਵੰਡੀਆਂ ਦੇ ਘਰ ਦੇ ਵਿੱਚ ਭਾਣਾ ਵਰਤਿਆ, ਇਹ ਨਾ ਸੋਚ ਵੀ ਮੌਤ ਤਾਂ ਇਹਨਾਂ ਦੇ ਘਰ ਵਿੱਚ ਹੈ, ਕੀ ਪਤਾ ਅਗਲਾ ਦਰਵਾਜ਼ਾ ਤੇਰਾ ਖੜਕ ਜਾਏ। ਪਰੋਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਣ, ਜੋ ਪਰੋਸੀ ਦੇ ਹੋਇਆ ਤੂੰ ਆਪਣੇ ਵੀ ਜਾਣ। ਕਿਉਂਕਿ ਘਰ ਘਰ ਇਹੋ ਪਹੁੰਚਾ ਸੱਦੜੇ ਨਿਤ ਪਵਨ, ਇੱਕ ਘਰ ਘਰ ਸੱਦਾ ਪਹੁੰਚ ਰਿਹਾ। ਅੱਜ ਕਿਸੇ ਦੇ ਘਰ ਦੀ ਵਾਰੀ ਹੈ, ਕੱਲ ਕਿਸੇ ਦੇ ਘਰ ਦੀ ਵਾਰੀ, ਪਰ ਆਉਣਾ ਸਾਰਿਆਂ ਦੇ ਘਰਾਂ 'ਚ ਸੁਨੇਹਾ। ਕੋਈ ਐਸਾ ਦੁਨੀਆ ਦੇ ਵਿੱਚ ਘਰ ਨਹੀਂ, ਭਾਵੇਂ ਉਹਨੂੰ ਤੁਸੀਂ ਆਪਣੀ ਸ਼ਬਦਾਵਲੀ ਵਿੱਚ ਅਮੀਰ ਕਹਿ ਲਓ, ਗਰੀਬ ਕਹਿ ਲਓ, ਚੰਗਾ ਕਹਿ ਲਓ, ਮਾੜਾ ਕਹਿ ਲਓ, ਕੋਈ ਦੁਨੀਆ ਵਿੱਚ ਐਸਾ ਘਰ ਨਹੀਂ ਜਿੱਥੇ ਉਸ ਮਾਲਕ ਦਾ ਸੱਦਾ ਨਾ ਆਇਆ ਹੋਵੇ। ਇੱਕ ਵੀ ਘਰ ਤੁਹਾਨੂੰ ਐਸਾ ਨਹੀਂ ਮਿਲੇਗਾ ਪੂਰੀ ਦੁਨੀਆ ਦੇ ਵਿੱਚ। ਹਰ ਇੱਕ ਘਰ ਵਿੱਚ ਸੱਦੇ ਆਏ ਹੋਏ ਨੇ, ਔਰ ਇੱਕ ਐਸੇ ਐਸੇ ਸੱਦੇ ਆ ਕਿ ਕਈ ਘਰ ਤਾਂ ਦੇਖੀਦੇ ਆ ਜੇ 4 ਜੀ ਨੇ ਤੇ ਚਾਰਾਂ ਨੂੰ ਹੀ ਸੱਦਾ ਆ ਗਿਆ, ਤੇ ਚਾਰੇ ਦੇ ਚਾਰੇ ਹੀ ਆਪਣੀ ਆਪਣੀ ਵਾਰੀ ਕੂਚ ਕਰ ਗਏ। ਘਰ ਖਾਲੀ ਦਾ ਖਾਲੀ ਰਹਿ ਗਿਆ। ਇਸ ਲਈ ਸਭ ਕਹਿੰਦੇ ਕੋਈ ਪਤਾ ਨਹੀਂ ਹੈ, ਕਿਆ ਜਾਨਾ ਕਿਵ ਮਰੇਂਗੇ ਕੈਸਾ ਮਰਨਾ ਹੋਏ, ਪਤਾ ਹੀ ਕੋਈ ਨਹੀਂ ਹੈ। ਇਹ ਮੌਤ ਦਾ ਸੱਦਾ ਕਦੋਂ ਆ ਜਾਣਾ, ਕਦੋਂ ਕੂਚ ਕਰਨਾ ਪੈ ਜਾਏ, ਕਦੋਂ ਚੱਲਣਾ ਪੈ ਜਾਏ। ਤੂੰ ਬਸ ਇੱਕ ਕੰਮ ਕਰ, ਉਸ ਮਾਲਕ ਨੂੰ ਕਦੇ ਮਨ ਤੋਂ ਵਿਸਾਰ ਨਾ, ਕਦੇ ਵੀ ਉਹਨੂੰ ਭੁਲਾ ਨਾ। ਜੇਕਰ ਸਾਹਿਬ ਮਨਹੁ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਇਹ ਸਾਨੂੰ ਚੇਤੇ ਕਰਵਾਇਆ ਗਿਆ ਹੈ। ਕਈ ਵਾਰ ਹੁੰਦਾ ਹੈ, ਕਈ ਸੱਜਣ ਇਦਾਂ ਦੇ ਵੀ ਹੁੰਦੇ ਆ, ਉਹ ਕਹਿੰਦੇ ਜੀ ਦਿਨ ਚੜਿਆ ਨਹੀਂ ਹਲੇ, ਤੇ ਹਜੇ ਪੂਰਾ ਉਜਾਲਾ ਦਿਨ ਦਾ ਹੋਇਆ ਨਹੀਂ, ਤੇ ਤੁਸੀਂ ਮੌਤ ਦੀਆਂ ਗੱਲਾਂ ਲੈ ਕੇ ਬਹਿ ਜਾਂਦੇ ਹੋ। ਅਸੀਂ ਤੇ ਆਏ ਸੀ ਗੁਰੂ ਦੇ ਦਰ ਤੇ, ਜਾਂ ਅਸੀਂ ਮੀਡੀਆ ਰਾਹੀਂ ਘਰ 'ਚ ਬੈਠ ਕੇ ਸੁਣਿਆ ਵੀ ਕੋਈ ਵਧੀਆ ਗੱਲ ਜਿਹੜੀ ਆ ਉਹ ਸੁਣਾਂਗੇ, ਪਰ ਇੱਥੇ ਤਾਂ ਸਵੇਰੇ ਸਵੇਰੇ ਮੌਤ ਦੀਆਂ ਗੱਲਾਂ। ਪਰ ਮਹਾਰਾਜ ਜੀ ਕਹਿੰਦੇ ਆ ਮੌਤ ਤੋਂ ਹੀ ਤੈਨੂੰ ਚੱਲਣਾ ਪੈਣਾ ਹੈ। ਇਹ ਹਰ ਵਕਤ ਤੈਨੂੰ ਚੇਤੇ ਰੱਖਣਾ ਪੈਣਾ ਹੈ ਵੀ ਪਤਾ ਨਹੀਂ ਕਿਹੜੇ ਵੇਲੇ ਕੂਚ ਕਰਨਾ ਪੈ ਜਾਏ,
ਕਿਹੜੇ ਵੇਲੇ ਸੱਦਾ ਆ ਜਾਏ, ਸੁਨੇਹਾ ਆ ਜਾਏ, ਤੂੰ ਇਹ ਸੋਚ ਕੇ ਚੱਲ ਕਿ ਹਮ ਆਦਮੀ ਹਾਂ ਇੱਕਦਮੀ, ਇੱਕਦਮ ਦਾ ਤੂੰ ਆਦਮੀ ਹੈ। ਪਤਾ ਨਹੀਂ ਅਗਲੇ ਪਲ ਸਾਹ ਆਉਣਾ ਕਿ ਨਹੀਂ ਆਉਣਾ, ਇਹ ਤੈਨੂੰ ਹਰ ਵੇਲੇ ਸੋਚ ਕੇ ਚੱਲਣਾ ਪੈਣਾ ਹੈ। ਇਸ ਲਈ ਸਤਿਗੁਰੂ ਮਹਾਰਾਜ ਨੇ ਤੇ ਕਿਹਾ, ਮਹਾਰਾਜ ਕਹਿੰਦੇ ਖਿੰਥਾ ਕਾਲ, ਮੈਂ ਤੇ ਜਿਹੜੀ ਗੋਦੜੀ ਪਾਈ ਹੈ ਉਹ ਪਾਈ ਹੋਈ ਕਾਲ ਦੀ ਹੋਈ ਹੈ, ਤਾਂ ਕਿ ਇਹ ਪਤਾ ਲੱਗ ਜਾਏ ਵੀ ਮੈਂ ਕੂਚ ਕਰਨਾ ਹੈ। ਫਿਰ ਕਿਸੇ ਗੱਲ ਦਾ ਮਾਣ ਨਹੀਂ ਹੋਏਗਾ, ਫਿਰ ਕਿਸੇ ਪ੍ਰਕਾਰ ਦਾ ਹੰਕਾਰ ਅੰਦਰ ਨਹੀਂ ਆਏਗਾ ਕਿ ਜਦੋਂ ਮੈਂ ਕੂਚ ਕਰਨਾ ਤੇ ਮੇਰੇ ਕੋਲ ਤਾਂ ਇੰਨੀ ਵੀ ਹਿੰਮਤ ਨਹੀਂ ਹੋਣੀ ਕਿ ਮੈਂ ਉੱਠ ਕੇ ਬੈਠ ਕੇ ਤੁਰ ਸਕਾਂ। ਫਿਰ ਤਾਂ ਵੇਖੋ ਬੰਦਾ ਚੱਲਿਆ ਚਹੁੰ ਜਣਿਆਂ ਦੇ ਕੰਨ। ਇਸ ਲਈ ਸਤਿਗੁਰੂ ਮਹਾਰਾਜ ਜੀ ਨੇ ਸਮਝਾਇਆ, ਕਹਿੰਦੇ ਘੜੀ ਮੋਹਤ ਕਹਿ ਚੱਲਣਾ, ਘੜੀ ਦੋ ਘੜੀ ਇੱਥੋਂ ਦੀ ਚੱਲਣਾ ਪੈਣਾ। ਜੋ ਦੂਜਿਆਂ ਵੱਲ ਤੂੰ ਵੇਖਦਾ ਪਿਆ ਹੈ, ਦਿਲ ਸਮਝ, ਤੂੰ ਸਮਝ ਜਾ, ਤੂੰ ਭੇ ਪਹੁੰਚ, ਆ ਮੌਤ ਦਾ ਸਦਾ ਤੇਰੇ ਕੋਲ ਵੀ ਪਹੁੰਚਣ ਵਾਲਾ ਹੈ। ਇਸ ਜਿਹੜੀ ਚਿੱਠੀ ਆ ਮੌਤ ਦੀ ਕੂਚ ਕਰਨ ਵਾਲੀ, ਇਹ ਤੇਰੇ ਕੋਲ ਵੀ ਪਹੁੰਚਣ ਵਾਲੀ ਹੈ। ਜਿਹੜੇ ਸਾਡੇ ਫੌਜੀ ਵੀਰ ਨੇ, ਜਦੋਂ ਇਹ ਛੁੱਟੀ ਲੈ ਕੇ ਘਰ ਦੇ ਵਿੱਚ ਆਉਂਦੇ ਨੇ ਤੇ ਇਹ ਤਿਆਰ ਰਹਿੰਦੇ ਆ ਵੀ ਪਤਾ ਨਹੀਂ ਕਿਹੜੇ ਵੇਲੇ ਸੱਦਾ ਆ ਜਾਣਾ ਹੈ। ਤੇ ਜਦੋਂ ਸੱਦਾ ਆਇਆ ਉਦੋਂ ਹੀ ਇਹਨਾਂ ਨੇ ਆਪਣਾ ਜਿਹੜਾ ਸਮਾਨ ਪੈਕ ਕੀਤਾ ਹੁੰਦਾ ਹੈ ਉਹ ਚੁੱਕ ਕੇ ਤੁਰ ਪੈਂਦੇ ਆ। ਉਹ ਹਰ ਵੇਲੇ ਚੇਤੇ ਰੱਖਦੇ ਆ ਵੀ ਜਦੋਂ ਹੀ ਸੱਦਾ ਆਇਆ ਉਦੋਂ ਹੀ ਤੁਰਨਾ ਪੈਣਾ ਹੈ। ਸਭ ਕਹਿੰਦੇ ਬਸ ਇਵੇਂ ਤਿਆਰੀ ਆਪਣੀ ਰੱਖ, ਹਰ ਵੇਲੇ ਪਰਮੇਸ਼ਵਰ ਨੂੰ ਚੇਤੇ ਰੱਖ, ਪਤਾ ਨਹੀਂ ਕਿਹੜੇ ਵੇਲੇ ਕੂਚ ਕਰਨਾ ਪੈ ਜਾਏ। ਤੇ ਦਿਲਾਂ ਤੂੰ ਜਿਹੜਾ ਦੂਜਿਆਂ ਵੱਲ ਵੇਖਦਾ ਹੈ ਨਾ, ਇਹ ਤੇਰੇ ਕੋਲ ਵੀ ਇਹ ਸੱਦਾ ਪਹੁੰਚਣ ਵਾਲਾ ਹੈ। ਘੜੀ ਨਹੀਂ ਤਾਂ 2 ਘੜੀ ਤੱਕ ਪਹੁੰਚ ਜਾਏਗਾ। ਜੋ ਉਪਜਿਓ ਸੋ ਬਿਨਸ ਹੈ, ਪਰੋਂ ਆਜ ਕੈ ਕਾਲ, ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਜੇ ਇਹ ਗੱਲ ਹਰ ਇੱਕ ਨੂੰ ਸਮਝ ਆ ਜਾਏ ਨਾ, ਤੇ ਸੱਚ ਜਾਣਿਓ ਦੁਨੀਆ ਦੇ ਵਿੱਚੋਂ ਦੀ ਪਾਪ, ਭ੍ਰਿਸ਼ਟਾਚਾਰ, ਇਹ ਦੁਨੀਆ ਵਿੱਚ ਬੁਰਾਈਆਂ, ਇਹ ਲੁੱਟਾਂ ਖੋਹਾਂ, ਜਿੰਨੇ ਵੀ ਮਾੜੇ ਕਰਮ ਸਮਾਜ ਵਿੱਚ ਨੇ, ਇਹ ਸਾਰੇ ਹੀ ਖਤਮ ਹੋ ਜਾਣਗੇ ਜੇ ਸਾਨੂੰ ਹਰ ਇੱਕ ਨੂੰ ਆਹ ਗੱਲ ਸਮਝ ਵਿੱਚ ਆ ਜਾਏ। ਦੁਨੀਆ ਵਿੱਚੋਂ ਪਾਪ ਬੁਰਾਈਆਂ ਹੀ ਖਤਮ ਹੋ ਜਾਣਗੀਆਂ, ਪਰ ਬੰਦਾ ਨਹੀਂ ਸਮਝਦਾ ਕਿਉਂਕਿ ਅਕਲ ਤੇ ਪੜਦਾ ਪੈ ਜਾਂਦਾ ਹੈ। ਜਦੋਂ ਅਕਲ ਤੇ ਪੜਦਾ ਪੈ ਗਿਆ ਤੇ ਬੰਦਾ ਕਹਿੰਦਾ ਮੈਨੂੰ ਮੌਤ ਕਿੱਥੇ ਆ ਸਕਦੀ ਹੈ, ਮੈਂ ਨਹੀਂ ਮਰ ਸਕਦਾ, ਮੈਨੂੰ ਮੌਤ ਆ ਹੀ ਨਹੀਂ ਸਕਦੀ। ਹਰਨਾਕਸ਼ ਵੀ ਕਹਿੰਦਾ ਸੀ ਪਰ ਆ ਗਈ ਨਾ ਮੌਤ। ਦੁਰਯੋਧਨ ਵੀ ਕਹਿੰਦਾ ਸੀ ਆ ਗਈ ਮੌਤ। ਸਿਕੰਦਰ ਵੀ ਕਹਿੰਦਾ ਸੀ। ਬੜੇ ਬੜੇ ਬਾਦਸ਼ਾਹ ਰਾਜੇ ਮਹਾਰਾਜਿਆਂ ਨੂੰ ਭੁਲੇਖਾ ਪੈ ਗਿਆ, ਪਰ ਜਿੱਦਣ ਮੌਤ ਦਾ ਸੱਦਾ ਆਇਆ ਉਦੋਂ ਪਤਾ ਹੀ ਕੋਈ ਨਹੀਂ ਲੱਗਾ। ਜੋ ਮਨ ਚਿਤ ਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ। ਇਸ ਲਈ ਕਹਿੰਦੇ ਤੂੰ ਆਪਣੇ ਆਪਣੇ ਹੇ ਪ੍ਰਾਣੀ ਆਪਣੇ ਆਪਣੇ ਦਿਲ ਨੂੰ ਸਮਝਾਓ ਕਿ ਇਹ ਸੱਦਾ ਪਤਾ ਨਹੀਂ ਕਿਹੜੇ ਵੇਲੇ ਸਾਡੇ ਕੋਲ ਵੀ ਪਹੁੰਚਣ ਵਾਲਾ। ਅੱਜ ਨਹੀਂ ਪਹੁੰਚਿਆ ਤਾਂ ਭਲਕੇ ਪਹੁੰਚ ਜਾਵੇਗਾ। ਸਬਦਾਹ ਮਾਹੇ ਵਖਾਣੀਐ, ਵਿਰਲਾ ਤਾਂ ਬੁੱਝੈ ਕੋਏ, ਨਾਨਕ ਵਖਾਣੈ ਬੇਨਤੀ, ਜਲ ਥਲ ਮਹੀਲ ਸੋਏ। ਸਭ ਜੀ ਕਹਿੰਦੇ ਇਸ ਦੁਨੀਆ ਦੇ ਅੰਦਰ ਇੱਕ ਹੀ ਹੈ ਅਕਾਲ ਪੁਰਖ ਪਰਮੇਸ਼ਵਰ, ਜੋ ਅਬਨਾਸ਼ੀ ਹੈ, ਕਦੇ ਵੀ ਨਾਸ਼ ਹੋਣ ਵਾਲਾ ਨਹੀਂ। ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਜੋ ਸਦੀਵੀ ਸੱਚ ਹੈ ਉਹ ਇੱਕੋ ਹੀ ਹੈ ਪਰਮੇਸ਼ਵਰ। ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਉਹ ਪਰਮੇਸ਼ਰ ਹੀ ਹਰ ਵੇਲੇ ਪੂਰਾ ਰਹਿਣ ਵਾਲਾ ਹੈ। ਉਹਦੇ ਵਿੱਚ ਕੋਈ ਘਾਟ ਵਾਦ ਘਾਟ ਨਹੀਂ ਹੁੰਦੀ। ਉਹ ਅਬਨਾਸ਼ੀ, ਕਦੇ ਨਾਸ਼ ਨਹੀਂ ਹੁੰਦਾ। ਬਾਕੀ ਦੁਨੀਆ ਵਿੱਚ ਸਭ ਕੁਝ ਨਾਸ਼ਵੰਤ ਹੈ। ਸਮੇਂ ਸਮੇਂ ਦੇ ਨਾਲ ਸਭ ਕੁਝ ਨਾਸ਼ ਹੋ ਰਿਹਾ, ਸਭ ਕੁਝ ਘਟ ਰਿਹਾ ਹੈ। ਸਾਹਿਬ ਜੀ ਨੇ ਆਖਿਆ ਸ਼ਬਦਾਹਾ,
ਮਾਹੇ ਵਖਾਣੀ ਹੈ। ਸ਼ਬਦਾਹ ਦਾ ਅਰਥ ਹੈ ਆ ਜਿਹੜਾ ਸ਼ਬਦ ਹੈ ਗੁਰੂ ਦਾ, ਗੁਰੂ ਦੇ ਸ਼ਬਦ ਦੇ ਦੁਆਰਾ ਇਹ ਗੱਲ ਜਿਹੜੀ ਆ ਬਾਣੀ ਦੇ ਵਿੱਚ ਦੱਸੀ ਜਾ ਰਹੀ ਹੈ। ਮਾਹੇ ਵਖਾਣੀ ਹੈ, ਮਾਹੇ ਦਾ ਅਰਥ ਹੁੰਦਾ ਵਿੱਚ, ਸ਼ਬਦ ਦੇ ਵਿੱਚ, ਸ਼ਬਦ ਦੇ ਦੁਆਰਾ ਇਹ ਗੱਲ ਨੂੰ ਬਿਆਨ ਕੀਤਾ ਜਾ ਰਿਹਾ ਹੈ ਕਿ ਮੌਤ ਇੱਕ ਅਟੱਲ ਸੱਚਾਈ ਹੈ। ਦੁਨੀਆ ਤੋਂ ਸਭਨਾਂ ਨੇ ਸਮੇਂ ਦੇ ਨਾਲ ਚਲੇ ਜਾਣਾ ਹੈ, ਕੋਈ ਸਦਾ ਥਿਰ ਰਹਿਣ ਵਾਲਾ ਨਹੀਂ ਹੈ। ਇੱਥੇ ਤਾਂ ਨਾਂਗੇ ਆਵਣ ਨਾਂਗੇ ਜਾਣਾ। ਇੱਥੇ ਦੁਨੀਆ 'ਚ ਕੋਈ ਨਾ ਕੁਝ ਲੈ ਕੇ ਆਇਆ ਤੇ ਨਾ ਦੁਨੀਆ ਵਿੱਚੋਂ ਦੁਨੀਆ ਦੇ ਧਨ ਪਦਾਰਥ ਵਸਤੂਆਂ ਨੇ ਕਿਸੇ ਨਾਲ ਲੈ ਕੇ ਜਾਣਾ ਹੈ। ਸਾਰੀ ਜ਼ਿੰਦਗੀ ਬੰਦਿਆ ਤੂੰ ਮੈਂ ਤੂੰ ਕਰਦਾ ਰਹਿਣਾ ਹੈ। ਗੁਰਬਾਣੀ ਦੇ ਸ਼ਬਦ ਰਾਹੀਂ ਸਮਝਾਇਆ ਗਿਆ, ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਸੀਰਾ। ਪਰ ਸਾਹਿਬ ਜੀ ਕਹਿੰਦੇ ਹੁਣ ਸ਼ਬਦਾਹ ਮਾਹੇ ਵਖਾਣੀਆਂ, ਇਹ ਗੱਲਾਂ ਸਾਰੀਆਂ ਸ਼ਬਦ ਵਿੱਚੋਂ ਸਮਝਾਈਆਂ ਜਾ ਰਹੀਆਂ ਨੇ। ਵਿਰਲਾ ਤਾਂ ਬੁੱਝ ਹੈ ਕੋਏ, ਪਰ ਇਹਨੂੰ ਬੁੱਝਣ ਵਾਲਾ ਕੋਈ ਵਿਰਲਾ ਹੀ ਹੈ, ਇਸ ਨੂੰ ਸਮਝਣ ਵਾਲਾ ਕੋਈ ਵਿਰਲਾ ਹੀ ਹੈ। ਜੇ ਸਾਰਿਆਂ ਨੂੰ ਗੁਰਬਾਣੀ ਸਮਝ ਆ ਜਾਏ ਤੇ ਸਾਡੇ ਮਨਾਂ ਵਿੱਚੋਂ ਈਰਖਾ ਨਫ਼ਰਤ ਨਾ ਮੁੱਕ ਜਾਏ, ਫਿਰ ਕਦੇ ਵੀ ਭਰਾ ਦੇ ਨਾਲ ਲੜਾਈ ਕੋਈ ਨਾ ਹੋਵੇ, ਕਦੇ ਮਾਪੇ ਬੱਚਿਆਂ ਦੇ, ਬੱਚੇ ਮਾਪਿਆਂ ਦੇ ਖਿਲਾਫ ਨਾ ਹੋਣ, ਆਪਣੇ ਹੀ ਆਪਣਿਆਂ ਤੋਂ ਬੇਗਾਨੇ ਕਦੇ ਨਾ ਹੋ ਜਾਣ ਜੇ ਸਮਝ ਆ ਜਾਏ। ਪਰ ਸਾਡੀ ਤਾਂ ਜ਼ਮੀਨ ਦੇ ਇੱਕ ਇੱਕ ਇੰਚ ਪਿੱਛੇ ਲੜਾਈ ਹੋ ਜਾਂਦੀ ਹੈ, ਇੱਕ ਇੱਕ ਇੰਚ ਪਿੱਛੇ, ਕਿ ਆ 1 ਇੰਚ ਜਗ੍ਹਾ ਮੇਰੇ ਕੋਲ ਹੋਣੀ ਚਾਹੀਦੀ ਸੀ, ਤੂੰ ਇਹ ਕਿਵੇਂ ਲੈ ਲਈ, ਇਹਦੇ ਪਿੱਛੇ ਕਤਲ ਤੱਕ ਹੋ ਜਾਂਦੇ ਆ। ਇੱਕ ਜ਼ਮੀਨ ਦੇ ਇੱਕ ਟੁਕੜੇ ਪਿੱਛੇ ਸਾਰੀ ਉਮਰ ਕੋਰਟ ਕਚਹਿਰੀਆਂ ਦੇ ਗੇੜੇ ਲਾਉਣ ਵਾਸਤੇ ਅਸੀਂ ਤਿਆਰ ਹਾਂ, ਪਰ ਇਹ ਨਹੀਂ ਪਤਾ ਵੀ ਕਿਹੜੇ ਵੇਲੇ ਕੂਚ ਕਰਨਾ ਪੈ ਜਾਣਾ ਹੈ। ਜਿਹਦੀ ਖਾਤਰ ਸਾਰੀ ਜ਼ਿੰਦਗੀ ਕੋਰਟ ਕਚਹਿਰੀਆਂ ਦੇ ਗੇੜੇ ਲਾਉਣ ਨੂੰ ਤਿਆਰ ਹੋ ਗਏ ਆ, ਸਾਹਿਬ ਜੀ ਕਹਿੰਦੇ ਆ ਇਹ ਪਤਾ ਹੀ ਨਹੀਂ ਕੂਚ ਕਿਹੜੇ ਵੇਲੇ ਕਰ ਜਾਣਾ ਹੈ, ਤੇ ਜਦੋਂ ਕੂਚ ਕਰਨਾ ਹੈ ਤੇ ਸਰੀਰ ਵੀ ਇੱਥੇ ਰਹਿ ਜਾਣਾ ਹੈ। ਇਸ ਲਈ ਸਾਹਿਬ ਕਹਿੰਦੇ ਵਿਰਲਾ ਤਾਂ ਬੁੱਝ ਹੈ ਕੋਏ, ਕੋਈ ਵਿਰਲਾ ਹੀ ਹੈ ਇਸ ਗੱਲ ਨੂੰ ਬੁੱਝਦਾ ਹੈ, ਸਮਝਦਾ ਹੈ। ਉਹ ਫਿਰ ਕਿਸੇ ਵਾਦ ਵਿਵਾਦ ਝਗੜਿਆਂ ਦੇ ਵਿੱਚ ਨਹੀਂ ਪੈਂਦਾ, ਉਹ ਮੈਂ ਤੂੰ ਮੈਂ ਦੇ ਚੱਕਰਾਂ ਦੇ ਵਿੱਚ ਨਹੀਂ ਪੈਂਦਾ। ਨਾਨਕ ਵਖਾਣੈ ਬੇਨਤੀ, ਨਾਨਕ ਜੀ ਬੇਨਤੀ ਕਰਕੇ ਦੱਸਦੇ ਆ ਕਿ ਅਬਨਾਸ਼ੀ ਇੱਕੋ ਹੀ ਹੈ ਦੁਨੀਆ ਦੇ ਲੋਕੋ, ਸਮਝ ਲਓ। ਭਾਵੇਂ ਤੁਸੀਂ ਕਿਸੇ ਧਰਮ ਵਰਨ ਦੇ ਹੋ, ਕਿਸੇ ਵੀ ਮੁਲਕ ਦੀ ਕੋਈ ਵੀ ਬੋਲੀ ਬੋਲਣ ਵਾਲੇ ਹੋ, ਸਾਰੇ ਦੁਨੀਆ ਦੇ ਲੋਕੋ ਇੱਕ ਗੱਲ ਸਮਝ ਲਓ ਕਿ ਜੇ ਕੋਈ ਸਦੀਵੀ ਹੈ ਤੇ ਉਹ ਪਰਮੇਸ਼ਵਰ ਪ੍ਰਭੂ ਪਰਮਾਤਮਾ ਹੈ। ਬਾਕੀ ਸਾਰਾ ਕੁਝ ਨਾਸ਼ਵੰਤ, ਬਾਕੀ ਸਭ ਕੁਝ ਚੱਲਣਹਾਰ ਹੈ, ਬਾਕੀ ਸਮੇਂ ਨਾਲ ਸਭ ਕੁਝ ਘਟ ਰਿਹਾ ਹੈ। ਨਾਨਕ ਵਖਾਣੈ ਬੇਨਤੀ, ਜਲ ਥਲ ਮਹੀਅਲ ਸੋਏ। ਜਲ ਦੇ ਵੀ ਲੱਲੇ ਨੂੰ ਸਿਹਾਰੀ, ਥਲ ਦੇ ਵੀ ਲੱਲੇ ਨੂੰ ਸਿਹਾਰੀ, ਮਹੀਅਲ ਦੇ ਵੀ ਲੱਲੇ ਨੂੰ ਸਿਹਾਰੀ। ਸੋਏ ਦਾ ਅਰਥ ਹੁੰਦਾ ਉਹ ਦਾ ਅਰਥ ਹੁੰਦਾ ਪਰਮੇਸ਼ਵਰ। ਉਹ ਪਰਮੇਸ਼ਵਰ ਜਿਹੜਾ ਅਬਨਾਸ਼ੀ ਹੈ, ਉਹ ਜਲ ਵਿੱਚ ਵੀ ਸਮਾਇਆ, ਥਲ ਵਿੱਚ ਵੀ ਸਮਾਇਆ, ਮਹੀਅਲ ਵਿੱਚ ਵੀ ਸਮਾਇਆ। ਜਿਹੜੀ ਸਿਹਾਰੀ ਹੈ ਇਹਦਾ ਅਰਥ ਹੈ ਵਿੱਚ। ਉਹ ਆਸਮਾਨ ਵਿੱਚ ਵੀ ਹੈ, ਧਰਤੀ ਤੇ ਵੀ ਹੈ, ਧਰਤੀ ਦੇ ਹੇਠਾਂ ਤਿੰਨਾਂ ਭਵਨਾਂ ਦੇ ਵਿੱਚ ਉਹ ਸਮਾਇਆ ਹੋਇਆ ਹੈ। ਉਹ ਅਕਾਲ ਪੁਰਖ ਪਰਮੇਸ਼ਵਰ ਜਿਹੜਾ ਕਦੇ ਨਾਸ਼ ਨਹੀਂ ਹੋਏਗਾ, ਜਿਹੜਾ ਕਦੇ ਕੂਚ ਨਹੀਂ ਕਰੇਗਾ, ਜਿਹਦੇ ਹੁਕਮ ਦੇ ਵਿੱਚ ਪੂਰੀ ਦੀ ਪੂਰੀ ਦੁਨੀਆ ਚੱਲ ਰਹੀ ਹੈ। ਇਸ ਲਈ ਸਭ ਕਹਿੰਦੇ ਆ ਤੂੰ ਉਹਦੇ ਨਾਮ ਦੀ ਕਮਾਈ ਕਰ ਬੰਦੇ ਤੂੰ ਬੰਦਗੀ, ਤੂੰ ਉਹਦੇ ਨਾਮ ਦੀ ਬੰਦਗੀ ਕਰ, ਕਿਉਂਕਿ ਪਤਾ ਨਹੀਂ ਕਿਹੜੇ ਵੇਲੇ ਦੁਨੀਆ ਤੋਂ ਕੂਚ ਕਰਨਾ ਪੈ ਸਕਦਾ ਹੈ। ਅੱਲਾਹ ਅਲਖ ਅਗੰਮ ਕਾਦਰ ਕਰਨਹਾਰ ਕਰੀਮ, ਸਭ ਦੁਨੀ ਆਵੜ ਜਾਵਣੀ, ਮੁਕਾਮ ਏਕ ਰਹੀਮ। ਛੇਵੇਂ ਪਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਕਿਰਪਾ ਕੀਤੀ। ਸਾਹਿਬ ਜੀ ਕਹਿੰਦੇ ਮੁਕਾਮ
ਅਸਥਿਰ ਰਹਿਣ ਵਾਲਾ, ਸਦਾ ਟਿਕਿਆ ਰਹਿਣ ਵਾਲਾ ਇੱਕੋ ਹੀ ਹੈ ਅਕਾਲ ਪੁਰਖ ਪਰਮੇਸ਼ਵਰ। ਅਸੀਂ ਇੱਕ ਥਾਂ ਤੋਂ ਦੂਜੀ ਥਾਂ ਤੇ ਜਦੋਂ ਪਹੁੰਚਦੇ ਹਾਂ ਬੜੇ ਖੁਸ਼ ਹੁੰਦੇ ਹਾਂ ਵੀ ਮੈਂ ਆਪਣੇ ਮੁਕਾਮ ਤੇ ਪਹੁੰਚ ਗਿਆ, ਪਰ ਇਹ ਸਾਡਾ ਮੁਕਾਮ ਨਹੀਂ ਹੈ। ਠੀਕ ਹੈ, ਮੁਬਾਰਕ ਹੈ, ਅਸੀਂ ਜੋ ਸੋਚ ਕੇ ਚੱਲੇ ਸਾਂ ਸਾਨੂੰ ਉਹਦੇ ਵਿੱਚ ਕਾਮਯਾਬੀ ਮਿਲ ਗਈ। ਬੱਚਾ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਪੜ੍ਹਾਈ ਤੋਂ ਕਰਦਾ ਹੈ, ਉਹਦੇ ਮਨ ਵਿੱਚ ਇੱਕ ਹੁੰਦਾ ਵੀ ਮੈਂ ਇਸ ਮੁਕਾਮ ਤੇ ਪਹੁੰਚਣਾ ਹੈ। ਮੰਨ ਲਓ ਮੈਂ ਡਾਕਟਰ ਬਣਨਾ ਹੈ, ਮੈਂ ਵਕੀਲ ਬਣਨਾ ਹੈ, ਮੈਂ ਇੰਜੀਨੀਅਰ ਬਣਨਾ ਹੈ, ਮੈਂ ਬਿਜ਼ਨਸਮੈਨ ਬਣਨਾ ਹੈ, ਤੇ ਉਹ ਜਿਸ ਦਿਨ ਬਣ ਜਾਂਦਾ ਹੈ ਉਸ ਦਿਨ ਬੜਾ ਖੁਸ਼ ਹੋ ਕੇ ਲੱਡੂ ਮਠਿਆਈ ਵੰਡਦਾ ਹੈ ਕਿ ਅੱਜ ਮੈਂ ਆਪਣੇ ਮੁਕਾਮ ਤੇ ਪਹੁੰਚ ਗਿਆ। ਅਸੀਂ ਬੜੀਆਂ ਮਿਹਨਤ ਮਸ਼ੱਕਤ ਘਾਲਣਾ ਘਾਲ ਕੇ ਤਿਆਰੀ ਕਰਕੇ ਇਹ ਪਲੈਨਿੰਗ ਕਰਦੇ ਹਾਂ ਵੀ ਮੈਂ ਫਲਾਣੇ ਦੇਸ਼ ਵਿੱਚ ਪਹੁੰਚਣਾ ਹੈ, ਮੈਂ ਉਸ ਦੇਸ਼ ਵਿੱਚ ਜਾ ਕੇ ਮੈਂ ਉੱਥੇ ਜਾ ਕੇ ਪੱਕਾ ਹੋਣਾ ਹੈ। ਪਰ ਜਿੱਦਣ ਇਹ ਕਾਮਯਾਬੀ ਮਿਲ ਜਾਂਦੀ ਹੈ ਅਸੀਂ ਸੋਚਦੇ ਹਾਂ ਅਸੀਂ ਮੁਕਾਮ ਤੇ ਪਹੁੰਚ ਗਏ, ਵੀ ਅਸੀਂ ਆਪਣੀ ਮੰਜ਼ਿਲ ਤੇ ਪਰ ਇਹ ਸਰੀਰ ਦਾ ਮੁਕਾਮ ਹੈ, ਇਹ ਸਰੀਰ ਦੀ ਮੰਜ਼ਿਲ ਹੈ, ਪਰ ਇਸ ਸਰੀਰ ਦੇ ਅੰਦਰ ਜਿਹੜੀ ਜਿੰਦ ਹੈ ਉਹਦੀ ਮੰਜ਼ਿਲ ਨਹੀਂ ਹੈ ਇਹ। ਅਸੀਂ ਬਾਹਰੋਂ ਤਾਂ ਖੁਸ਼ੀਆਂ ਜਿਹੜੀਆਂ ਸੀ ਉਹ ਮਨ ਦੇ ਵਿੱਚ ਮਨਾ ਲਈਆਂ ਜਾਂ ਇੱਕ ਦੂਜੇ ਨਾਲ ਸਾਂਝੀਆਂ ਕਰ ਲਈਆਂ, ਪਰ ਅੰਦਰ ਤਾਂ ਜੀਵਨ ਤੇ ਅਧੂਰਾ ਹੀ ਪਿਆ ਹਜੇ। ਉਹਨੂੰ ਵੀ ਅਸੀਂ ਮੁਕਾਮ ਤੇ ਪਹੁੰਚਾਉਣਾ ਹੈ, ਪਰ ਉਹਦਾ ਮੁਕਾਮ ਕੀ ਹੈ? ਆਤਮਾ ਦਾ ਪਰਮਾਤਮਾ ਦੇ ਨਾਲ ਮਿਲਣ। ਗੁਰੂ ਰਾਮਦਾਸ ਮਹਾਰਾਜ ਜੀ ਨੇ ਸੂਹੀ ਰਾਗ ਵਿੱਚ ਲਾਵਾਂ ਦੇ 4 ਸ਼ਬਦ ਦਿੱਤੇ ਆ, ਉਹ ਇਸੇ ਲਈ ਦਿੱਤੇ ਆ ਕਿ ਤੁਸੀਂ ਵੀ ਆਪਣੇ ਅਸਲ ਮੁਕਾਮ ਤੇ ਪਹੁੰਚ ਸਕੋ। ਬਾਹਰ ਦੀਆਂ ਖੁਸ਼ੀਆਂ ਵੀ ਸਾਨੂੰ ਚਾਹੀਦੀਆਂ ਨੇ, ਮਨਾਉਣੀਆਂ ਵੀ ਨੇ, ਸਾਂਝੀਆਂ ਵੀ ਕਰਨੀਆਂ ਨੇ, ਪਰ ਇਸ ਕੇਵਲ ਇੱਥੇ ਤੱਕ ਸੀਮਤ ਨਹੀਂ ਰਹਿਣਾ, ਕਿਉਂਕਿ ਇੱਕ ਮੁਕਾਮ ਸਾਡਾ ਪਰਮੇਸ਼ਵਰ ਦੇ ਚਰਨਾਂ ਤੱਕ ਦਾ ਵੀ ਹੈ, ਤੇ ਉਹ ਗੁਰੂ ਸਾਹਿਬ ਦੀ ਕਿਰਪਾ ਨਾਲ ਹੋਏਗਾ। ਗੁਰ ਕਿਰਪਾ ਜੇ ਨਰ ਕੋ ਕੀਨੀ ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਪਰ ਇੱਥੇ ਮੁਕਾਮ ਦਾ ਅਰਥ ਹੈ ਸਦਾ ਥਿਰ ਰਹਿਣਾ, ਟਿਕਿਆ ਰਹਿਣਾ। ਸਭ ਕਹਿੰਦੇ ਸਦਾ ਕੋਈ ਰਹਿਣ ਵਾਲਾ ਹੈ ਤੇ ਉਹ ਇੱਕ ਹੈ, ਜਿਹਨੂੰ ਕਹਿੰਦੇ ਅੱਲਾਹ, ਅਲਖ, ਅਗੰਮ, ਕਾਦਰ, ਕਰਨਹਾਰ, ਕਰੀਮ। ਇਹ ਸਾਰੇ ਹੀ ਇੱਕ ਅਕਾਲ ਪੁਰਖ ਪਰਮੇਸ਼ਵਰ ਦੇ ਨਾਮ ਨੇ, ਇੱਕ ਕੀਰਤਨ ਨਾਮ ਨੇ। ਕਹਿੰਦੇ ਉਹਨੂੰ ਅੱਲਾਹ ਵੀ ਕਹਿੰਦੇ ਆ, ਅਲਖ ਜਿਹਨੂੰ ਲਖਿਆ ਨਹੀਂ ਜਾ ਸਕਦਾ, ਜੋ ਸਾਡੀ ਸੋਚ ਮੰਡਲ ਤੋਂ ਪਰੇ ਹੈ। ਅਗੰਮ ਜੋ ਅਗਾਹਾਂ ਤੋਂ ਵੀ ਅਗਾਹਾਂ ਹੈ, ਜਿੱਥੇ ਤੱਕ ਅਸੀਂ ਆਪਣੀ ਮਤ ਅਕਲ ਸਿਆਣਪ ਚਤੁਰਾਈ ਨਾਲ ਨਹੀਂ ਪਹੁੰਚ ਸਕਦੇ ਹਾਂ। ਕਾਦਰ ਉਹ ਇਹ ਸਾਰੀ ਕੁਦਰਤ ਦਾ ਮਾਲਕ ਹੈ, ਕੁਦਰਤ ਨੂੰ ਸਾਜਣ ਵਾਲਾ ਕਾਦਰ ਹੈ। ਕਰਨਹਾਰ ਉਹ ਸਾਰੇ ਜੀਆਂ ਦੀ ਰਚਨਾ ਕਰਨ ਵਾਲਾ ਵੀ ਉਹ ਆਪ ਹੈ। ਕਰੀਮ ਕਹਿਣ ਲੱਗੇ ਉਹ ਸਾਰੀਆਂ ਬਖਸ਼ਿਸ਼ਾਂ ਕਰਨ ਵਾਲਾ, ਕਰੀਮ ਕਹਿੰਦੇ ਬਖਸ਼ਿਸ਼ ਕਰਨ ਵਾਲਾ। ਕਰਨਹਾਰ ਇਹ ਸਭ ਕੁਝ ਜੋ ਹੋ ਰਿਹਾ ਉਸ ਕਰਤੇ ਤੋਂ ਹੈ। ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਹੀਂ ਕੋਏ। ਉਹ ਪਰਮੇਸ਼ਵਰ ਅਗੰਮ ਹੈ, ਅਲਖ ਹੈ, ਉਹ ਸਾਰੀ ਕੁਦਰਤ ਦਾ ਮਾਲਕ ਹੈ। ਇੱਕ ਅਕਾਲ ਪੁਰਖ ਪਰਮੇਸ਼ਵਰ। ਸਭ ਕਹਿੰਦੇ ਸਭ ਦੁਨੀ ਆਵਣ ਜਾਵਣੀ, ਮੁਕਾਮ ਏਕ ਰਹੀਮ। ਜਿਹਦੇ ਘਰ ਵਿੱਚ ਰਹਿਮਤ ਵਰਤਦੀ ਹੈ ਉਹ ਕੇਵਲ ਤੇ ਕੇਵਲ ਇੱਕ ਸਦਾ ਥਿਰ ਰਹਿਣ ਵਾਲਾ ਹੈ, ਬਾਕੀ ਸਾਰੀ ਦੁਨੀਆ ਆਵਣ ਜਾਣੀ ਹੈ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਜਿਹੜਾ ਆਇਆ ਉਹਨੇ ਚਲੇ ਜਾਣਾ ਹੈ। ਆਵਣ ਜਾਣ ਇਹ ਬਣਿਆ ਹੋਇਆ ਮਾਲਕ ਦਾ, ਪਰਮੇਸ਼ਵਰ ਦਾ। ਔਰ ਜਿੱਥੇ ਆਵਣ ਆ ਕੇ ਚਲੇ ਜਾਣਾ, ਉੱਥੇ ਸਾਹਿਬ ਨੇ ਫਿਰ ਇਹ ਵੀ ਆਖਿਆ ਵੀ ਤੂੰ 4 ਦਿਨਾਂ ਦਾ ਪ੍ਰਾਹੁਣਾ ਹੈ। ਕਿਉਂਕਿ ਪ੍ਰਾਹੁਣਾ ਉਹਨੂੰ ਪਤਾ ਵੀ ਮੈਂ ਕੁਝ ਸਮੇਂ ਲਈ ਆਇਆ ਤੇ ਸਮੇਂ ਬਾਅਦ ਮੈਂ ਵਾਪਸ ਚਲੇ ਜਾਣਾ ਹੈ। ਇਸੇ ਤਰ੍ਹਾਂ ਅਸੀਂ ਵੀ 4 ਦਿਨ ਦੇ ਪ੍ਰਾਹੁਣੇ ਬਣ ਕੇ ਇਸ ਦੁਨੀਆ 'ਚ ਆਏ ਹਾਂ। ਜਦੋਂ ਸਮਾਂ ਆ ਗਿਆ ਤੇ ਚਲੇ ਜਾਵਾਂਗੇ, ਕਿਉਂਕਿ ਸਦਾ ਥਿਰ ਰਹਿਣ ਵਾਲੇ ਨਹੀਂ। ਜੈਸੇ ਗੋਇਲ ਗੋਇਲੀ ਤੈਸੇ ਸੰਸਾਰਾ, ਕੂੜ ਕਮਾਵੇ ਆਦਮੀ ਬੰਧੈ ਘਰ ਬਾਰਾ। ਜਾਗੋ ਜਾਗੋ ਸੁਤਿਓ
ਚੱਲਿਆ ਵਣਜਾਰਾ, ਨੀਤ ਨੀਤ ਕਰ ਬਾਂਧੀਐ ਜੇ ਰਹਿਣਾ ਹੋਈ। ਵੀ ਸਦਾ ਇੱਥੇ ਰਹਿਣਾ ਨਾ ਕਿਸੇ ਦਾ ਹੋਇਆ ਨਾ ਹੋਣਾ, ਤੇ ਨਾ ਅਗਾਂਹ ਕਿਸੇ ਦਾ ਹੋਣਾ ਹੈ। ਜੇ ਕੋਈ ਸਦੀਵੀ ਹੈ ਤਾਂ ਮੁਕਾਮ ਏਕ ਰਹੀਮ, ਇੱਕ ਅਕਾਲ ਪੁਰਖ ਪਰਮੇਸ਼ਵਰ, ਉਹ ਅਬਨਾਸ਼ੀ ਹੈ। ਬਾਕੀ ਸਭ ਕੁਝ ਸਮੇਂ ਦੇ ਨਾਲ ਨਾਸ਼ ਹੋ ਜਾਏਗਾ। ਫਿਰ ਹੇ ਮਨ, ਤੂੰ ਕਿਉਂ ਇਸ ਮਾਇਆ, ਤ੍ਰੈ ਗੁਣੀ ਮਾਇਆ, ਇਸ ਸੰਸਾਰ ਦੇ ਰੰਗਾਂ ਵਿੱਚ ਰੰਗ ਕੇ ਇਹ ਭੁੱਲੀ ਬੈਠਾ ਹੈ ਕਿ ਇੱਕ ਦਿਨ ਇਹ ਕੱਪੜ, ਆ ਸਰੀਰ ਇੱਕ ਦਿਨ ਛੱਡ ਕੇ ਜਾਣਾ ਹੈ। ਤੂੰ ਕਿਹੜੇ ਭਰਮ ਦੇ ਵਿੱਚ ਜਿਉਣਾ? ਉਸ ਪਰਮੇਸ਼ਵਰ ਦੇ ਨਾਮ ਦੀ ਬੰਦਗੀ ਕਰ। ਹਰ ਜਸ ਰੇ ਮਨਾ ਗਾਏ ਲੈ, ਜੋ ਸੰਗੀ ਹੈ ਤੇਰੋ, ਅਵਸਰ ਬੀਤਿਓ ਜਾਤ ਹੈ, ਕਹਿਓ ਮਾਨ ਲੈ ਮੇਰੋ। ਮਹਾਰਾਜ ਜੀ ਕਹਿੰਦੇ ਮੇਰਾ ਕਹਿਆ ਮੰਨ ਲੈ, ਹਜੇ ਵੀ ਵਕਤ ਹੈ, ਹਜੇ ਵੀ ਸਮਾਂ ਹੈ, ਹਜੇ ਵੀ ਕੁਛ ਨਹੀਂ ਵਿਗੜਿਆ। ਤੂੰ ਅੱਜ ਹੀ ਪਰਮੇਸ਼ਵਰ ਦੇ ਗੁਣ ਗਾ। ਇਹ ਨਾ ਸੋਚ ਵੀ ਕੱਲ ਨੂੰ ਗਾਵਾਂਗਾ, ਕੱਲ ਪਤਾ ਨਹੀਂ ਕਿਹਦੀ ਜ਼ਿੰਦਗੀ 'ਚ ਆਉਣੀ ਹੈ, ਕਿਹਦੇ 'ਚ ਨਹੀਂ ਆਉਣੀ। ਅਸੀਂ ਅੱਜ ਬੈਠੇ ਆ ਨਾ, ਕੀ ਪਤਾ ਕੱਲ ਕਿਹਨਾਂ ਦਾ ਬੈਠਣਾ ਹੈ, ਕੱਲ ਕਿਹਨਾਂ ਦਾ। ਇਹ ਸੱਚ ਹੈ, ਇਹਨੂੰ ਤੁਸੀਂ ਇਸ ਤਰ੍ਹਾਂ ਨਾ ਸਮਝਿਓ ਵੀ ਇਹ ਕੀ ਕਹਿੰਦੇ ਆ, ਇਹ ਜ਼ਿੰਦਗੀ ਦਾ ਸੱਚ ਹੈ। ਮਹਾਰਾਜ ਨੇ ਤੇ ਘੜੀ ਦੋ ਘੜੀ ਦੀ ਗੱਲ ਕੀਤੀ, ਆਪਾਂ ਤੇ ਫਿਰ ਵੀ ਕੱਲ ਦੀ ਗੱਲ ਕਰ ਰਹੇ ਹਾਂ ਵੀ ਹਜੇ ਤੇ ਸਾਰਾ ਦਿਨ ਸਾਰੀ ਰਾਤ ਬਾਕੀ ਹੈ ਨਾ। ਸਾਹਿਬ ਨੇ ਤਾਂ ਇੱਕ ਦਮ ਦੀ ਗੱਲ ਕੀਤੀ ਹੈ ਵੀ ਹੁਣ ਮਿਲੇ ਆ ਭਲ ਕੇ, ਪਤਾ ਨਹੀਂ ਮੇਲ ਹੋਣਾ ਕਿ ਨਹੀਂ ਹੋਣਾ। ਕਈ ਵਾਰ ਤੇ ਅਸੀਂ ਇਹ ਵੀ ਕਹਿ ਦਿੰਦੇ ਆ ਕਿ ਜੇ ਮੈਨੂੰ ਪਤਾ ਹੁੰਦਾ ਫਲਾਣੇ ਨੇ ਕੂਚ ਕਰ ਜਾਣਾ ਤੇ ਮੈਂ ਮੇਲ ਹੀ ਲੈਂਦਾ ਥੋੜਾ ਜਿਹਾ ਸਮਾਂ ਕੱਢ ਕੇ। ਸਾਰੀ ਜ਼ਿੰਦਗੀ ਅਫਸੋਸ ਇਸ ਗੱਲ ਦਾ ਰਹੇਗਾ ਕਿ ਮੈਂ ਸਮਾਂ ਕੱਢ ਕੇ ਉਹਨੂੰ ਕਿਉਂ ਨਾ ਮਿਲ ਸਕਿਆ, ਜੇ ਮੈਨੂੰ ਪਤਾ ਹੁੰਦਾ ਕਿ ਉਹਨੇ ਦੁਨੀਆ ਤੋਂ ਚਲੇ ਜਾਣਾ। ਅਖੀਰ ਇਹੀ ਸ਼ਬਦ ਰਹਿ ਜਾਂਦੇ ਸਾਡੇ ਕੋਲ ਵੀ ਜੇ ਮੈਨੂੰ ਪਤਾ ਹੁੰਦਾ ਤੇ ਮੈਂ 2 ਘੜੀਆਂ ਬੈਠ ਕੇ ਉਹਦੇ ਨਾਲ ਗੱਲਾਂ ਕਰ ਲੈਂਦਾ, ਉਹਨੂੰ ਮਿਲ ਹੀ ਲੈਂਦਾ। ਪਰ ਮੈਨੂੰ ਪਤਾ ਹੀ ਨਹੀਂ, ਕਿਉਂਕਿ ਜੋ ਮਨ ਚੇਤਨਾ ਚੇਤੇ ਸਨ ਸੋ ਗੱਲ ਹੀ ਰੱਬ ਕੀਆਂ। ਅੰਦਰ ਨਫ਼ਰਤ ਪਾਲ ਕੇ ਬੈਠੇ ਆ, ਈਰਖਾ ਅੰਦਰ ਬਣਾ ਕੇ ਬੈਠੇ ਆ। ਇਹ ਕਿਤੇ ਇਸੇ ਤਰ੍ਹਾਂ ਹੀ ਦੁਨੀਆ ਤੋਂ ਕੂਚ ਨਾ ਕਰ ਜਾਈਏ। ਅੱਜ ਹੀ ਆਪਣੇ ਮਨਾਂ ਚੋਂ ਨਫ਼ਰਤ ਈਰਖਾ ਮਿਟਾ ਕੇ ਆਪਣੀ ਰਸਨਾ ਤੋਂ 2 ਪਿਆਰ ਦੇ ਬੋਲ ਬੋਲ ਲਓ। ਅਸੀਂ ਆਪਣੀ ਜ਼ੁਬਾਨ ਤੋਂ ਕੋੜੇ ਬੋਲ ਬੋਲ ਕੇ ਪਤਾ ਨਹੀਂ ਕਿੱਲਿਆਂ ਦੇ ਦਿਲ ਦੁਖਾ ਚੁੱਕੇ ਆ, ਤੇ ਕਿਤੇ ਦੁਨੀਆ ਤੋਂ ਕੂਚ ਕਰਨਾ ਪੈ ਗਿਆ। ਤੇ ਫਿਰ ਸਾਹਿਬ ਜੀ ਕਹਿੰਦੇ ਧਿਆਨ ਰੱਖੀ, ਮੰਦਾ ਚੰਗਾ ਆਪਣਾ, ਆਪੇ ਹੀ ਕੀਤਾ ਪਾਵਣੇ ਦੀ ਖੇਡ ਹੈ। ਇਸ ਲਈ ਅੱਜ ਹੀ ਆਪਣੀ ਸੋਚ ਬਦਲ ਕਿ ਪਤਾ ਨਹੀਂ ਕੂਚ ਕਿਹੜੇ ਵੇਲੇ ਕਰਨਾ ਪੈ ਜਾਏ। ਮੈਂ ਨਫ਼ਰਤ ਲੈ ਕੇ ਨਹੀਂ ਜਾਣਾ ਚਾਹੁੰਦਾ, ਮੈਂ ਅੰਦਰ ਈਰਖਾ ਦੀ ਅਗਨੀ ਵਿੱਚ ਸੜ ਬਲ ਕੇ ਨਹੀਂ ਦੁਨੀਆ ਤੋਂ ਜਾਣਾ ਚਾਹੁੰਦਾ। ਕਿਉਂਕਿ ਅੱਗੋਂ ਮਾਲਕ ਦਾ ਦਰ ਵੀ ਤਾਂ ਹੀ ਖੁੱਲਣਾ ਜੇ ਅੰਦਰ ਹਿਰਦੇ ਵਿੱਚ ਪ੍ਰੇਮ ਹੋਏਗਾ, ਜੇ ਹਿਰਦੇ ਦੇ ਅੰਦਰ ਪਿਆਰ ਹੋਏਗਾ। ਸੱਚ ਕਹੋ ਸੁਨ ਲਿਓ ਸਬੈ ਜਿਨ ਪ੍ਰੇਮ ਕੀਓ, ਤਿਨ ਹੀ ਪ੍ਰਭ ਪਾਇਓ। ਪ੍ਰਭ ਨੇ ਵੀ ਤਾਂ ਹੀ ਮਿਲਣਾ ਜੇ ਪ੍ਰੇਮ ਹੋਏਗਾ। ਜੇ ਅੰਦਰ ਹੰਕਾਰ, ਨਫ਼ਰਤ, ਈਰਖਾ ਭਰੀ ਰਹਿ ਗਈ ਤੇ ਕੂਚ ਕਰਨਾ ਪੈ ਗਿਆ, ਅੱਗੋਂ ਮਾਲਕ ਦਾ ਮੇਲ ਵੀ ਕੋਈ ਨਹੀਂ ਹੋਣਾ। ਇਸ ਲਈ ਸਤਿਗੁਰੂ ਜੀ ਕਿਰਪਾ ਕਰਨ। ਸਾਹਿਬ ਕਹਿੰਦੇ ਅੱਲਾਹ ਜੋ ਕਾਦਰ ਹੈ, ਕਰਨਹਾਰ ਕਰੀਮ ਹੈ, ਜੋ ਇੱਕ ਰਹੀਮ, ਉਹੀ ਸਦਾ ਥਿਰ ਰਹਿਣ ਵਾਲਾ। ਬਾਕੀ ਸਭ ਦੁਨੀ ਆਵਣ ਜਾਵਣੀ, ਸਾਰੀ ਦੁਨੀਆ ਆਵਣ ਜਾਣੀ। ਇਹ ਖੇਡ ਜਿਹੜੀ ਬਣੀ ਹੋਈ ਹੈ। ਮੁਕਾਮ ਤਿਸਨੋ ਆਖੀਐ, ਜਿਸ ਸਿਸ ਨਾ ਹੋਵੀ ਲੇਖ, ਅਸਮਾਨ ਧਰਤੀ ਚੱਲਸੀ, ਮੁਕਾਮ ਉਹੀ ਏਕ। 2 ਅਰਥ ਸਮਝ ਕੇ ਚੱਲਣੇ। ਇੱਕ ਤਾਂ ਗੱਲ ਕਰਤੇ ਦੀ ਹੋ ਰਹੀ ਹੈ, ਅਕਾਲ ਪੁਰਖ ਵਾਹਿਗੁਰੂ ਜੀ ਦੀ, ਕਿ ਉਹੀ ਸਦਾ ਇੱਕ ਮੁਕਾਮ ਦਾ ਅਰਥ ਹੈ ਸਦਾ ਥਿਰ ਰਹਿਣ ਵਾਲਾ। ਇੱਕ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਹੈ, ਜਿਹਦੇ ਸਿਰ ਦੇ ਉੱਤੇ ਕੋਈ ਲੇਖ ਨਹੀਂ ਹੈ ਕਿਸੇ ਪ੍ਰਕਾਰ ਦਾ ਵੀ। ਬਾਕੀ ਸਾਰੀ ਦੁਨੀਆ ਦਾ ਲੇਖ ਹੈ ਤੇ ਕਲਮ ਕਰਤੇ ਦੇ ਹੱਥ ਵਿੱਚ ਹੈ। ਉਹ ਕਰਤਾ ਆਪਣੀ ਕਲਮ ਨਾਲ ਸਾਰਿਆਂ ਦੇ ਲੇਖ ਜਿਹੜੇ ਆ ਉਹ ਲਿਖ ਰਿਹਾ ਹੈ। ਪਰ ਜਿਹੜਾ ਸਾਡੇ ਲੇਖ ਲਿਖਦਾ ਉਹਦੇ ਸਿਰ ਉੱਤੇ ਕੋਈ ਲੇਖ ਨਹੀਂ, ਕਿਉਂਕਿ ਉਹਦੇ ਤੋਂ ਉੱਪਰ ਹੈ ਹੀ ਕੋਈ ਨਹੀਂ।
ਉਹਦੇ ਤੋਂ ਵੱਡਾ ਕੋਈ ਹੈ ਹੀ ਕੋਈ ਨਹੀਂ ਹੈ, ਉਸ ਤੋਂ ਉੱਚਾ, ਉਸ ਤੋਂ ਵੱਡਾ, ਉਹਦੀ ਬਰਾਬਰੀ ਕਰਨ ਵਾਲਾ ਕੋਈ ਨਹੀਂ। ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੈ ਸੋ ਹੋਏ। ਇਸ ਲਈ ਸਾਰੇ ਸੰਸਾਰ ਦੇ ਜੀਆਂ ਦਾ ਲੇਖ ਲਿਖਣ ਵਾਲਾ ਇੱਕੋ ਹੀ ਹੈ, ਕਰਤਾ, ਜਿਹਦੇ ਹੱਥ ਵਿੱਚ ਕਲਮ ਹੈ। ਇਸ ਲਈ ਸਾਹਿਬ ਜੀ ਕਹਿੰਦੇ ਉਹ ਇੱਕ ਸਦਾ ਥਿਰ ਰਹਿਣ ਵਾਲਾ ਹੈ। ਬਾਕੀ ਸਭ ਕੁਝ ਜਿਹੜਾ ਸੰਸਾਰ ਦੇ ਵਿੱਚ ਚੱਲਣ ਵਾਲਾ ਤੇ ਚੱਲ ਰਿਹਾ ਹੈ, ਮੁਕਾਮ ਤਿਸ ਨੂੰ ਆਖੀਐ ਜਿਸ ਸਿਸ ਨਾ ਹੋਵੀ ਲੇਖ। ਸਿਸ ਦੇ ਸੱਸੇ ਨੂੰ ਦੋਵਾਂ ਨੂੰ ਸਿਹਾਰੀ ਲੱਗੀ ਹੈ, ਸਿਰ ਦੇ ਉੱਤੇ, ਜਿਹਦੇ ਕੋਈ ਲੇਖ ਨਾ ਹੋਵੇ ਉਹ ਆਪਣੇ ਮੁਕਾਮ ਤੇ ਪਹੁੰਚ ਜਾਂਦਾ ਹੈ। ਇਹ ਜੀਵ ਆਤਮਾ ਪਰਮਾਤਮਾ ਵਿੱਚ ਜਿਹਦੀ ਲੀਨ ਹੋ ਗਈ, ਆ 15 ਦੇ 15 ਭਗਤ ਗੁਰੂ ਗ੍ਰੰਥ ਸਾਹਿਬ 'ਚ ਬੈਠੇ ਆ, ਇਹ ਆਪਣੇ ਮੁਕਾਮ ਤੇ ਪਹੁੰਚੇ ਹੋਏ ਨੇ, ਇਹ ਆਪਣੇ ਮੁਕਾਮ ਤੇ ਪਹੁੰਚ ਚੁੱਕੇ ਨੇ, ਇਹ ਆਪਣੀ ਮੰਜ਼ਿਲ ਨੂੰ ਪਾ ਚੁੱਕੇ ਨੇ, ਇਹ ਆਪਣੀ ਯਾਤਰਾ ਨੂੰ ਸਫਲ ਕਰ ਚੁੱਕੇ ਨੇ। ਹੁਣ ਇਹਨਾਂ ਦੇ ਉੱਤੇ ਕੋਈ ਲੇਖ ਨਹੀਂ ਹੈ। ਉਹਨਾਂ ਦੀ ਬਾਣੀ ਪੜ੍ਹ ਕੇ ਅਸੀਂ ਆਪਣੀ ਜ਼ਿੰਦਗੀ ਦੇ ਲੇਖ ਜਿਹੜੇ ਆ ਉਹ ਬਦਲਨੇ ਨੇ। ਅਸੀਂ ਮਾੜੇ ਲੇਖ ਜਿਹੜੇ ਮਿਟਾ ਕੇ ਚੰਗੇ ਲੇਖ ਆਪਣੇ ਜੀਵਨ ਦੇ ਲਿਖਾਉਣੇ ਆ। ਉਹ ਕਿਵੇਂ ਲਿਖਾਵਾਂਗੇ? ਜਦੋਂ ਉਹਨਾਂ ਦੀ ਬਾਣੀ ਪੜਾਂਗੇ ਜਿਨ੍ਹਾਂ ਦੇ ਸਿਰ ਤੇ ਕੋਈ ਲੇਖ ਰਿਹਾ ਹੀ ਨਹੀਂ, ਜਿਹੜੇ ਨਿਰੰਕਾਰ ਦਾ ਰੂਪ ਹੋ ਗਏ, ਜਿਹੜੇ ਇੱਕਮਿਕ ਹੋ ਚੁੱਕੇ ਨੇ ਨਿਰੰਕਾਰ ਦੇ ਵਿੱਚ। ਇਸ ਲਈ ਸਾਹਿਬ ਜੀ ਨੇ ਆਖਿਆ ਕਿ ਉਹ ਅਸਲ ਵਿੱਚ ਮੁਕਾਮ ਤੇ ਪਹੁੰਚਿਆ ਸਫਲ ਜਾਣੋ, ਜਿਹਦੇ ਸਿਰ ਉੱਤੇ ਕੋਈ ਵੀ ਲੇਖ ਨਹੀਂ, ਭਾਵ ਸਾਰਾ ਲੇਖਾ ਜੋਖਾ ਹੀ ਜਿਹਦਾ ਮੁੱਕ ਗਿਆ ਹੈ। ਤੇ ਜਾਂ ਦੂਜਾ ਅਰਥ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਜੀ, ਜਿਹੜਾ ਸਦਾ ਥਿਰ ਰਹਿਣ ਵਾਲਾ ਹੈ, ਜਿਹਦੇ ਸਿਰ ਉੱਤੇ ਕੋਈ ਲੇਖ ਨਹੀਂ ਹੈ। ਅਸਮਾਨ ਧਰਤੀ ਚੱਲ ਸੀ ਮੁਕਾਮ ਉਹੀ ਏਕ। ਸਭ ਕਹਿੰਦੇ ਆਸਮਾਨ ਤੋਂ ਲੈ ਕੇ ਧਰਤੀ ਤੱਕ ਜੋ ਵੀ ਤੁਹਾਨੂੰ ਆਕਾਰ ਦੇ ਰੂਪ ਵਿੱਚ ਦਿਖਾਈ ਦੇ ਰਿਹਾ ਹੈ, ਇਹ ਸਭ ਕੁਝ ਚਲਾਏਮਾਨ ਹੈ, ਸਭ ਕੁਝ ਸਮੇਂ ਨਾਲ ਬਿਨਸ ਰਿਹਾ ਹੈ, ਸਭ ਕੁਝ ਸਮੇਂ ਨਾਲ ਘਟ ਰਿਹਾ ਹੈ, ਸਭ ਕੁਝ ਸਮੇਂ ਦੇ ਨਾਲ ਨਾਸ਼ ਹੋ ਰਿਹਾ ਹੈ। ਜੇ ਕੋਈ ਸਦੀਵੀ ਸਦਾ ਟਿਕਿਆ ਰਹਿਣ ਵਾਲਾ ਹੈ ਤੇ ਉਹ ਇੱਕ ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਹੈ। ਦਿਨ ਰਵ ਚੱਲੈ ਨਿਸ ਸਸ ਚੱਲੈ, ਤਾਰਿਕਾ ਲਖ ਪਲੋਏ। ਮੁਕਾਮ ਉਹੀ ਏਕ ਹੈ, ਨਾਨਕਾ ਸੱਚ ਬਗੋਏ। ਗੁਰੂ ਨਾਨਕ ਸਾਹਿਬ ਮਹਾਰਾਜ ਇਸ ਸ਼ਬਦ ਦੇ ਅੰਦਰ ਸੱਚ ਜਿਹੜਾ ਹੈ ਉਹ ਸਾਨੂੰ ਸਮਝਾਉਂਦੇ ਨੇ, ਔਰ ਇਹ ਸੱਚ ਹੈ। ਮੌਤ ਇੱਕ ਅਟਲ ਸੱਚਾਈ ਹੈ। ਜਿਹੜਾ ਜੀਵਨ ਅਸੀਂ ਜੀ ਰਹੇ ਹਾਂ ਇਹ ਤਾਂ ਇੱਕ ਸੁਪਨੇ ਦੀ ਨਿਆਈ ਹੈ, ਇਹ ਤੇ ਸੁਪਨਾ ਹੈ। ਜਿਸ ਦਿਨ ਅੱਖ ਬੰਦ ਹੋ ਗਈ ਇਹ ਸੁਪਨਾ ਟੁੱਟ ਜਾਏਗਾ, ਇਹ ਸੁਪਨਾ ਖਤਮ ਹੋ ਜਾਏਗਾ ਜਿਸ ਦਿਨ ਅੱਖ ਬੰਦ। ਹੁਣ ਕਿਸ ਦਿਨ ਹੋਣੀ ਹੈ ਇਹ ਵੀ ਸਾਨੂੰ ਕੋਈ ਨਹੀਂ ਪਤਾ। ਸਾਡੀ ਜ਼ਿੰਦਗੀ ਦੀ ਮਿਆਦ ਨੇ ਕਦੋਂ ਖਤਮ ਹੋ ਜਾਣਾ। ਇੱਕ ਦਿਨ ਜ਼ਿਕਰ ਕੀਤਾ ਸੀ ਆਪ ਜੀ ਨਾਲ ਕਿ ਜੋ ਵੀ ਸਮਾਜ ਵਿੱਚ ਦੇਖਦੇ ਹਾਂ ਅਸੀਂ ਸੰਸਾਰ ਵਿੱਚ, ਉਹ ਜੋ ਵੀ ਅਸੀਂ ਚੀਜ਼ ਤਿਆਰ ਕੀਤੀ ਹੈ ਉਹਦੀ ਮਿਆਦ ਨਾਲ ਲਿਖ ਦਿੰਦੇ ਹਾਂ ਵੀ ਇਹ ਇੰਨੇ ਸਾਲ ਤੱਕ ਹੈ, ਇਹਦੀ ਮਿਆਦ ਇੰਨੀ ਤਰੀਕ ਨੂੰ ਇੰਨੇ ਸੰਨ ਨੂੰ ਖਤਮ ਹੋ ਜਾਣੀ ਹੈ। ਉਹ ਪਤਾ ਲੱਗ ਜਾਂਦਾ ਸਾਨੂੰ ਪਹਿਲਾਂ ਹੀ, ਮਹੀਨਾ ਪਹਿਲਾਂ, 6 ਮਹੀਨੇ ਪਹਿਲਾਂ ਪਤਾ ਲੱਗ ਜਾਂਦਾ ਵੀ ਆ ਇੰਨੀ ਮਿਆਦ ਮੁੱਕ ਜਾਣੀ ਹੈ। ਜਾਂ ਅਸੀਂ ਰੋਜ਼ ਮੋਬਾਈਲ ਦੀ ਵਰਤੋਂ ਕਰਦੇ ਹਾਂ, ਰੋਜ਼ ਇਹਨੂੰ ਜਿਹੜਾ ਆਪਾਂ ਚਾਰਜ ਕਰਵਾ ਕੇ ਚਲਾਉਂਦੇ ਹਾਂ, ਇਹ 10 ਦਿਨ ਪਹਿਲਾਂ ਹੀ ਬੋਲਣਾ ਸ਼ੁਰੂ ਕਰ ਦਿੰਦਾ, ਮੈਸੇਜ ਆਉਣੇ ਸ਼ੁਰੂ ਹੋ ਜਾਂਦੇ ਆ ਵੀ ਆ ਇੰਨੀ ਤਰੀਕ ਨੂੰ ਇਹਨੇ ਖਤਮ ਹੋ ਜਾਣਾ, ਆਪਣਾ ਸਮਾਂ ਅੱਗੇ ਵਧਾ ਲਓ ਜੇ ਗੱਲਬਾਤ ਕਰਨੀ ਹੈ ਦੁਨੀਆ ਦੇ ਨਾਲ। ਉਹ ਸਮਾਂ ਤੇ ਮਾਇਆ ਦੇ ਕੇ, ਧਨ ਦੇ ਕੇ ਵਧਾ ਲਾਂਗੇ, ਪਰ ਜ਼ਿੰਦਗੀ ਦਾ ਸਮਾਂ ਨਹੀਂ ਜੇ ਵਧਣਾ। ਇੱਕ ਸਵਾਸ ਵੀ ਜਿਹੜਾ ਉਹ ਸਾਨੂੰ ਵੱਧ ਨਹੀਂ ਜੇ ਮਿਲਣਾ ਉਹਦੇ ਹੁਕਮ ਦੇ ਵਿੱਚ। ਸਾਹਿਬ ਜੀ ਕਹਿੰਦੇ ਧਿਆਨ ਰੱਖ, ਜਿਸ ਦਿਨ ਤੂੰ ਬਿਨਸਣਾ ਨਾ ਇੱਕ ਪਲ ਵੀ ਤੈਨੂੰ ਉੱਥੇ ਵੱਧ ਨਹੀਂ ਮਿਲਣਾ। ਤੂੰ ਕਿਹੜੇ ਮਾਣ ਹੰਕਾਰ ਦੇ ਵਿੱਚ ਗਲਤਾਨ ਹੋਇਆ ਪਿਆ। ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਆਉਦ ਵਿਹਾਤ ਹੈ ਫੂਟੇ, ਘਟ ਜਿਉ ਪਾਨੀ। ਸਾਹਿਬ ਕਹਿੰਦੇ ਕਿੰਨੀਆਂ ਉਦਾਹਰਨਾਂ ਤੈਨੂੰ ਗੁਰਬਾਣੀ 'ਚ ਦੇ ਕੇ ਸਮਝਾਇਆ ਗਿਆ
ਇੱਕ ਵੀ ਉਦਾਹਰਣ ਤੂੰ ਜੇ ਸਮਝ ਲਵੇਂ ਤੇ ਤੇਰਾ ਰਸਤਾ, ਤੇਰੀ ਸੋਚ ਬਦਲ ਜਾਏਗੀ। ਕਿੰਨੀਆਂ ਉਦਾਹਰਨਾਂ, ਕਿੰਨੇ ਦ੍ਰਿਸ਼ਟਾਂਤ, ਕਿੰਨੇ ਹਵਾਲੇ ਦੇ ਦੇ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸਮਝਾਇਆ ਗਿਆ। ਸਾਹਿਬ ਜੀ ਕਹਿੰਦੇ ਧਿਆਨ ਰੱਖ, ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਿਵਾਰ। ਇੰਨੇ ਵੱਡੇ ਵੱਡੇ ਪਰਿਵਾਰ ਵਾਲੇ ਵੀ ਦੁਨੀਆ ਤੋਂ ਚਲੇ ਗਏ। 1 ਲੱਖ ਭੂਤ 1.25 ਲੱਖ ਨਾਤੀ ਤਹਿ ਰਾਵਣ ਘਰ, ਦੀਆ ਨਾ ਬਾਤੀ। ਉੱਥੇ ਕੋਈ ਦੀਆ ਬੱਤੀ ਕਰਨ ਵਾਲਾ ਵੀ ਨਾ ਰਿਹਾ। ਜਿਹਨੂੰ ਮਾਣ ਸੀ ਕਿ ਮੇਰਾ ਇੰਨਾ ਵੱਡਾ ਪਰਿਵਾਰ ਹੈ, ਇੰਨਾ ਵੱਡਾ ਪਰਿਵਾਰ, ਪਰ ਉੱਥੇ ਕੋਈ ਦੀਆ ਬੱਤੀ ਕਰਨ ਵਾਲਾ ਵੀ ਨਾ ਬਚਿਆ। ਅੱਜ ਵੀ ਪਿਛਲੇ ਦਿਨੇ ਵੀ ਇਹ ਜ਼ਿਕਰ ਕੀਤਾ ਸੀ ਕਿ ਜਦੋਂ ਸਾਨੂੰ ਕੋਈ ਮੁਸ਼ਕਲ ਦੀ ਘੜੀ ਸਾਡੀ ਜ਼ਿੰਦਗੀ 'ਚ ਆਵੇ ਨਾ, ਅਸੀਂ ਸਾਰੀ ਜ਼ਿੰਦਗੀ ਰੌਲਾ ਪਾਉਂਦੇ ਰਹੇ, ਮੇਰਾ ਪਰਿਵਾਰ ਬੜਾ ਵੱਡਾ ਹੈ, ਬੜਾ ਵੱਡਾ। ਜਦੋਂ ਕੋਈ ਔਖੀ ਘੜੀ ਆਏਗੀ, ਮੇਰਾ ਪਰਿਵਾਰ ਬੜਾ ਵੱਡਾ ਹੈ, ਇੰਨੇ ਮੇਰੇ ਪੁੱਤਰ ਨੇ, ਇੰਨੇ ਮੇਰੇ ਭਰਾ ਨੇ, ਇੰਨੇ ਮੇਰੇ ਸੰਬੰਧੀ ਨੇ। ਤੇ ਜਿੱਦਣ ਮੁਸ਼ਕਲ ਦੀ ਘੜੀ ਆਈ, ਇਕੱਲਾ ਹੀ ਖਲੋਤਾ ਨਜ਼ਰ ਆਇਆ, ਪਰਿਵਾਰ ਸਾਰਾ ਹੀ ਇੱਕ ਪਾਸੇ ਹੋ ਗਿਆ। ਉਸ ਦਿਨ ਭਰਮ ਟੁੱਟ ਗਿਆ ਕਿ ਮੈਂ ਸਾਰੀ ਜ਼ਿੰਦਗੀ ਜਿਨ੍ਹਾਂ ਤੇ ਮਾਣ ਕੀਤਾ ਸੀ, ਅੰਤ ਵੇਲੇ ਮੇਰੇ ਇਹਨਾਂ ਚੋਂ ਕਿਸੇ ਨੇ ਵੀ ਸਾਥ ਨਹੀਂ ਦਿੱਤਾ। ਤੇ ਮਹਾਰਾਜ ਜੀ ਕਹਿੰਦੇ ਸੱਚ ਤਾਂ ਇਹੀ ਹੈ, ਤੂੰ ਜਿਉਂਦਿਆਂ ਸੁਪਨੇ ਚੋਂ ਨਿਕਲ ਜਾਏਗਾ ਤੇ ਚੰਗਾ ਹੈ, ਨਹੀਂ ਤਾਂ ਜਿੱਦਣ ਆਖਰੀ ਸਾਹ ਨਿਕਲਿਆ ਉਸ ਦਿਨ ਸੁਪਨਾ ਤੇ ਟੁੱਟ ਹੀ ਜਾਣਾ ਹੈ। ਸੰਗ ਸਖਾ ਸਭ ਤਜ ਗਏ, ਕਉ ਨਾ ਨਿਭਿਓ ਸਾਥ, ਕਹੋ ਨਾਨਕ ਇਹ ਬਿਪਤ ਮੈਂ ਟੇਕ ਏਕ ਰਘੁਨਾਥ। ਸਾਹਿਬ ਕਹਿੰਦੇ ਇੱਕ ਦੀ ਟੇਕ ਲੈ ਕੇ ਚੱਲ। ਬਾਰ-ਬਾਰ ਗੁਰਬਾਣੀ ਵਿੱਚ ਇਹ ਗੱਲ ਸਮਝਾਈ ਜਾ ਰਹੀ ਹੈ ਕਿ ਤੂੰ ਇੱਕ ਦਾ ਆਸਰਾ ਲੈ ਕੇ ਚੱਲ, ਇੱਕ ਜਿਹੜਾ ਸਦਾ ਸਥਿਰ ਰਹਿਣ ਵਾਲਾ ਹੈ। ਅਰਦਾਸ ਵੀ ਉਹਦੇ ਅੱਗੇ ਹੀ ਕਰਨ ਵਾਸਤੇ ਆਖਿਆ, ਜੋ ਅਬਨਾਸ਼ੀ ਕਦੇ ਨਾਸ਼ ਨਹੀਂ ਹੁੰਦਾ। ਅਸੀਂ ਤੇ ਉਹਨਾਂ ਅੱਗੇ ਅਰਦਾਸ ਕਰਦੇ ਜਿਹੜੇ ਕਦੋਂ ਦੇ ਮਰ ਮੁੱਕੇ ਨੇ, ਕਦੋਂ ਦੇ ਨਾਸ਼ ਹੋ ਚੁੱਕੇ ਨੇ। ਅਸੀਂ ਤੇ ਉਹਨਾਂ ਅੱਗੇ ਖਲੋ ਕੇ ਅਰਦਾਸ ਕਰਦੇ ਹਾਂ ਜਿਹੜੇ ਅੱਗੋਂ ਪਤਾ ਨਹੀਂ ਕਿੰਨੀਆਂ ਜੂਨਾਂ ਹੋਰ ਭੋਗਣ ਲਈ ਆਏ ਹੋਣਗੇ। ਅਸੀਂ ਮੜੀਆਂ ਤੇ ਮਸਾਣਾ ਦੇ ਅੱਗੇ ਖਲੋ ਕੇ ਅਰਦਾਸ ਕਰਦੇ ਹਾਂ ਤੇ ਜਿਹੜੇ ਮੜੀਆਂ ਮਸਾਣਾ ਚੋਂ ਹੋ ਕੇ ਗਏ ਆ, ਉਹ ਪਤਾ ਨਹੀਂ ਦੁਨੀਆ 'ਚ ਕਿੰਨੀ ਵਾਰ ਫਿਰ ਆ ਗਏ ਹੋਣਗੇ। ਸਾਨੂੰ ਆਖਿਆ ਸੀ ਸੁਖ ਦਾਤਾ ਪੈ ਭੰਜਨੋ ਤਿਸ, ਆਗੇ ਕਰ ਅਰਦਾਸ। ਮਿਹਰ ਕਰੇ ਜਿਸ ਮਿਹਰਬਾਨ ਤਾਂ ਕਾਰਜ ਆਵੇ ਰਾਸ। ਔਰ ਅਰਦਾਸ ਦਾ ਪਹਿਲਾ ਐੜਾ ਅੱਖਰ ਹੀ ਇਹ ਸਾਨੂੰ ਕਹਿੰਦਾ ਹੈ ਕਿ ਉਹ ਅੰਤਰਜਾਮੀ ਹੈ, ਉਹ ਅਬਨਾਸ਼ੀ ਹੈ। ਤੂੰ ਉਹਦੇ ਅੱਗੇ ਆਪਣੀ ਪੁਕਾਰ ਰੱਖ, ਬੇਨਤੀ ਉਹਦੇ ਅੱਗੇ ਕਰ ਜਿਹੜਾ ਕਦੇ ਵੀ ਨਾਸ਼ ਨਹੀਂ ਹੁੰਦਾ। ਬਾਕੀ ਸਭ ਕੁਝ ਨਾਸ਼ਵੰਤ ਹੈ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਦਿਨ ਰਬ ਚੱਲੈ। ਦਿਨ ਵੇਲੇ ਰੱਬ ਕਹਿੰਦੇ ਸੂਰਜ, ਦਿਨ ਵੀ ਚੱਲ ਰਿਹਾ ਤੇ ਸੂਰਜ ਵੀ ਚੱਲ ਰਿਹਾ ਹੈ। ਨਿਸ ਸੱਸ ਚੱਲੈ, ਨਿਸ ਕਹਿੰਦੇ ਰਾਤ, ਸੱਸ ਕਹਿੰਦੇ ਨੇ ਚੰਦਰਮਾ। ਕਹਿੰਦੇ ਰਾਤ ਵੀ ਚੱਲ ਰਹੀ ਹੈ ਤੇ ਚੰਦਰਮਾ ਵੀ ਚੱਲ ਰਿਹਾ ਹੈ। ਤਾਰਕਾ ਲੱਖ ਪਲੋਏ, ਤਾਰਕਾ ਦਾ ਅਰਥ ਹੁੰਦਾ ਤਾਰੇ। ਸਭ ਕਹਿੰਦੇ ਆਸਮਾਨ ਦੇ ਉੱਤੇ ਲੱਖਾਂ ਹੀ ਜਿਹੜੇ ਨੇ ਉਹ ਤਾਰੇ ਜਿਹੜੇ ਨਜ਼ਰ ਆਉਂਦੇ ਪਏ ਨੇ, ਇਹ ਸਾਰੇ ਹੀ ਲੋਪ ਹੋ ਜਾਣ ਵਾਲੇ ਨੇ। ਇਹ ਸਾਰੇ ਦੇ ਸਾਰੇ ਹੀ ਚਲਾਏਮਾਨ ਨੇ, ਸਮਾਂ ਸਮਾਂ ਪਾ ਕੇ ਚੱਲ ਰਹੇ ਨੇ। ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ। ਸੰਗ ਚਲਤ ਹੈ ਹਮ ਵੀ ਚੱਲਣਾ, ਦੂਰ ਗਵਨ ਸਿਰ ਉਪਰ ਮਰਨਾ। ਸਤਿਗੁਰੂ ਮਹਾਰਾਜ ਜੀ ਅੰਮ੍ਰਿਤ ਬਾਣੀ ਵਿੱਚ ਸਮਝਾਉਂਦਿਆਂ ਕਹਿੰਦੇ ਧਿਆਨ ਰੱਖ, ਜੇ ਤੂੰ ਕਹੇ ਵੀ ਸੂਰਜ ਵੀ ਸਦਾ ਲਈ ਟਿਕਿਆ ਨਹੀਂ, ਸਮਾਂ ਪਾ ਕੇ ਇਹ ਵੀ ਚੱਲ ਰਿਹਾ ਹੈ। ਜੇ ਕਹੀਂ ਵੀ ਦਿਨ ਆ ਗਿਆ ਟਿਕ ਗਿਆ, ਨਹੀਂ। ਸਭ ਕਹਿੰਦੇ ਇਹ ਦਿਨ ਵੀ ਚੱਲ ਰਿਹਾ ਹੈ। ਰਾਤ ਆਈ ਟਿਕ ਗਈ, ਨਹੀਂ, ਰਾਤ ਵੀ ਚੱਲ ਰਹੀ ਹੈ, ਚੰਦਰਮਾ ਵੀ ਚੱਲ ਰਿਹਾ ਹੈ। ਔਰ ਜਿੰਨੇ ਇਹ ਤਾਰੇ ਆਸਮਾਨ ਤੇ ਨਜ਼ਰ ਆਉਂਦੇ ਆ, ਇਹ ਵੀ ਇੱਕ ਦਿਨ ਲੋਪ ਹੋ ਜਾਣੇ। ਇਹ ਵੀ ਇੱਕ ਦਿਨ ਸਮਾਂ ਆਏਗਾ, ਇਹ ਵੀ ਨਾਸ਼ ਹੋ ਜਾਣੇ ਨੇ। ਤਾਰੇ ਤਾਂ ਆਪਾਂ ਦੇਖਦੇ ਆ ਨਾ, ਕਈ ਵਾਰ ਰਾਤ ਨੂੰ ਆਸਮਾਨ ਤੇ ਕਿਤੇ ਦੇਖਣਾ ਹੋਵੇ ਤੇ ਸਾਨੂੰ ਨਜ਼ਰ ਆਉਂਦਾ ਵੀ ਉਹ ਅਸੀਂ ਕਹਿੰਦੇ ਤਾਰਾ ਟੁੱਟ ਗਿਆ। ਅਸਲ ਵਿੱਚ ਉਹਦੀ ਵੀ ਜ਼ਿੰਦਗੀ ਦਾ ਸਮਾਂ ਜਿਹੜਾ ਸੀ ਉਹ ਮੁੱਕ ਗਿਆ, ਨਾਸ਼ ਹੋ ਗਿਆ। ਸਭ ਕਹਿੰਦੇ ਇਹ ਸਭ ਕੁਝ ਨਾਸ਼ ਹੋ ਜਾਣਾ ਬੰਦਿਆ।
ਮੁਕਾਮ ਉਹੀ ਏਕ ਹੈ। ਮੁਕਾਮ ਦਾ ਅਰਥ ਸਦਾ ਟਿਕਿਆ ਰਹਿਣ ਵਾਲਾ, ਥਿਰ ਰਹਿਣ ਵਾਲਾ। ਏਕ ਹੈ ਇੱਕ ਅਕਾਲ ਪੁਰਖ ਪਰਮੇਸ਼ਵਰ, ਨਾਨਕਾ ਸੱਚ ਬੁਗੋਏ। ਬੁਗੋਏ ਦਾ ਅਰਥ ਹੁੰਦਾ ਹੈ ਆਖਣਾ। ਇਹ ਫਾਰਸੀ ਦਾ ਲਫ਼ਜ਼ ਹੈ, ਬੁਗੋਏ ਫਾਰਸੀ ਵਿੱਚੋਂ ਆਇਆ। ਸਾਹਿਬ ਜੀ ਕਹਿੰਦੇ ਮੈਂ ਸੱਚ ਦੁਨੀਆ ਨੂੰ ਹੋਕਾ ਦੇ ਕੇ ਕਹਿ ਰਿਹਾ, ਭਾਈ ਜਪੋ ਤਾਂ ਏਕੋ ਨਾਮਾ, ਅਵਰ ਨਿਰਾਫਲ ਕਾਮਾ। ਇਹ ਸੱਚ ਹੈ ਕਿ ਦੁਨੀਆ ਵਿੱਚ ਜਿਹੜਾ ਆਇਆ ਉਹਨੇ ਚਲੇ ਜਾਣਾ ਹੈ। ਰਹਾਉ ਵਾਲੀ ਪੰਕਤੀ ਵੱਲ ਫਿਰ ਆ ਜਾਈਏ, ਦੁਨੀਆ ਕੈਸ ਮੁਕਾਮੇ। ਸਾਹਿਬ ਜੀ ਕਹਿੰਦੇ ਦੁਨੀਆ ਕਿਵੇਂ ਸਦਾ ਥਿਰ ਰਹਿ ਸਕਦੀ ਹੈ। ਅੱਜ ਤੱਕ ਨਾ ਕੋਈ ਥਿਰ ਰਿਹਾ ਤੇ ਨਾ ਕਿਸੇ ਨੇ ਥਿਰ ਰਹਿਣਾ। ਕੋਈ ਵੀ ਅੱਜ ਸਰਚ ਕਰਕੇ ਵੇਖੀਏ ਆਪਾਂ ਇੰਟਰਨੈਟ ਤੇ ਕਿ ਦੁਨੀਆ ਵਿੱਚ ਆਲ ਵਰਲਡ ਦੇ ਵਿੱਚ ਕੋਈ ਵੀ ਇੱਕ ਐਸਾ ਬੰਦਾ ਹੋਵੇ ਜਿਹੜਾ ਕਈ ਸਦੀਆਂ ਤੋਂ ਟਿਕਿਆ ਹੋਵੇ ਤੇ ਅਸੀਂ ਕਹੀਏ ਵੀ ਆਹ ਤੇ ਆਇਆ ਸੀ ਦੁਨੀਆ ਤੋਂ ਗਿਆ ਹੀ ਕੋਈ ਨਹੀਂ। ਇਹਨੇ ਤੇ ਸਦਾ ਹੀ ਪੱਕਾ ਡੇਰਾ ਦੁਨੀਆ ਦੇ ਵਿੱਚ ਲਾ ਲਿਆ। ਇੱਕ ਵੀ ਸਰਚ ਕਰੋਗੇ ਤੁਸੀਂ ਇੰਟਰਨੈਟ ਦੇ ਉੱਤੇ ਤੇ ਪੂਰੀ ਦੁਨੀਆ ਆਲ ਵਰਲਡ ਦੇ ਵਿੱਚ ਇੱਕ ਵੀ ਪ੍ਰਾਣੀ ਤੁਹਾਨੂੰ ਐਸਾ ਨਹੀਂ ਮਿਲੇਗਾ ਜਿਹੜਾ ਆ ਕੇ ਨਾ ਗਿਆ ਹੋਵੇ, ਜਿਹੜਾ ਸਦਾ ਲਈ ਇੱਥੇ ਟਿਕ ਗਿਆ, ਥਿਰ ਰਹਿ ਗਿਆ ਹੋਵੇ। ਇਸੇ ਲਈ ਗੁਰੂ ਸਾਹਿਬ ਨੇ ਆਖਿਆ ਤੂੰ ਚਿੰਤਾ ਇਹ ਨਾ ਕਰ ਕਿ ਮੈਨੂੰ ਦੁਨੀਆ ਵਿੱਚ ਇਹ ਨਹੀਂ ਮਿਲਿਆ, ਆ ਨਹੀਂ ਮਿਲਿਆ, ਜਾਂ ਆ ਮਿਲਿਆ ਸੀ ਇਹ ਖੁੰਝ ਗਿਆ, ਇਹ ਆਇਆ ਆ ਚਲਾ ਗਿਆ ਧਨ ਪਦਾਰਥ। ਤੂੰ ਇਹਦੀ ਚਿੰਤਾ ਨਾ ਕਰ, ਤੂੰ ਚਿੰਤਾ ਕਰ ਕਿ ਮੇਰੀ ਜ਼ਿੰਦਗੀ ਦਾ ਪਲ ਪਲ ਜਿਹੜਾ ਉਹ ਘਟਦਾ ਜਾ ਰਿਹਾ ਹੈ। ਇੱਕ ਇੱਕ ਸਾਹ ਮੇਰੀ ਜ਼ਿੰਦਗੀ ਦਾ ਘਟਦਾ ਜਾ ਰਿਹਾ ਹੈ। ਪਤਾ ਨਹੀਂ ਆਖਰੀ ਸਾਹ ਕਿਹੜੇ ਵੇਲੇ ਨਿਕਲ ਜਾਏ, ਆਖਰੀ ਦਮ ਪਤਾ ਨਹੀਂ ਕਿਹੜੇ ਵੇਲੇ ਨਿਕਲ ਜਾਏ। ਸਾਹਿਬ ਕਹਿੰਦੇ ਚਿੰਤਾ ਇਸ ਗੱਲ ਦੀ ਨਾ ਕਰ। ਸਾਨੂੰ ਚਿੰਤਾ ਇਸ ਗੱਲ ਦੀ ਲੱਗੀ ਹੈ ਵੀ ਇਹ ਕਿਉਂ ਚਲਾ ਗਿਆ, ਇਹਨੂੰ ਹਜੇ ਇਸ ਉਮਰੇ ਜਾਣਾ ਨਹੀਂ ਸੀ ਚਾਹੀਦਾ, ਇਹਨੇ ਤੇ ਹਜੇ ਜਵਾਨੀ ਵੀ ਨਹੀਂ ਵੇਖੀ, ਇਹਨੇ ਤੇ ਹਜੇ ਬਚਪਨ ਵੀ ਨਹੀਂ ਵੇਖਿਆ। ਮਹਾਰਾਜ ਕਹਿੰਦੇ ਨਹੀਂ, ਇਹ ਸੱਚ ਹੈ। ਚਿੰਤਾ ਤਾਂ ਕੀ ਕੀਜੀਐ ਜੋ ਅਨਹੋਣੀ ਹੋਏ। ਸਾਹਿਬ ਜੀ ਕਹਿੰਦੇ ਇਹ ਕੋਈ ਅਨਹੋਣੀ ਨਹੀਂ ਸੀ, ਇਹ ਤੇ ਹੋਣਾ ਸੀ, ਕਿਉਂਕਿ ਮਰਨ ਲਿਖਾਏ ਮੰਡਲ ਮੈਂ ਆਏ। ਇਹ ਮੰਡਲ ਹੈ, ਇਸ ਮੰਡਲ ਦੇ ਵਿੱਚ ਸਾਡਾ ਆਉਣਾ ਕਿਵੇਂ ਹੋਇਆ? ਮਰਨ ਲਿਖਾਏ। ਪਹਿਲਾਂ ਉਸ ਅਕਾਲ ਪੁਰਖ ਨੇ ਸਾਨੂੰ ਇਹ ਗੱਲ ਸਮਝਾਈ ਕਿ ਜੇ ਤੂੰ ਦੁਨੀਆ ਵਿੱਚ ਚੱਲਿਆ ਤੇ ਕਿਤੇ ਇਹ ਭੁਲੇਖਾ ਨਾ ਪਾ ਬੈਠੀ ਕਿ ਮੈਂ ਮੁੜ ਕੇ ਆਉਣਾ ਨਹੀਂ ਹੈ। ਮੁੜ ਕੇ ਆਉਣਾ ਹੈ, ਪਰ ਜਦੋਂ ਵਾਪਸ ਮੁੜਨਾ ਨਾ ਉਦੋਂ ਦੇਖਣਾ ਵੀ ਕਿਹੜਾ ਖੱਟ ਕੇ ਆਇਆ ਤੇ ਕਿਹੜਾ ਗਵਾ ਕੇ ਆਇਆ। ਇਹ ਤਾਂ ਬਾਅਦ ਚ ਪਤਾ ਲੱਗਣਾ ਨਾ ਵੀ ਕਿਹੜੇ ਲਾਹਾ ਲੈ ਗਏ ਤੇ ਕਿਹੜਾ ਆਪਣਾ ਮੂਲ ਗਵਾ ਗਏ ਨੇ, ਕਿਹੜੇ ਖਰੇ ਹੋ ਕੇ ਆ ਰਹੇ ਨੇ ਤੇ ਕਿਹੜੇ ਖੋਟੇ ਹੋ ਕੇ ਆ ਰਹੇ ਨੇ। ਤੇ ਧਿਆਨ ਰੱਖਿਓ, ਫਿਰ ਜਦੋਂ ਖਰੇ ਹੋ ਕੇ ਜਾਵਾਂਗੇ, ਖਰੇ ਖਜ਼ਾਨੇ ਪਾਈਏ, ਫਿਰ ਤਾਂ ਮਾਲਕ ਨੇ ਆਪਣੇ ਖਜ਼ਾਨੇ 'ਚ ਰਲਾ ਲੈਣਾ ਵੀ ਹੁਣ ਇਹਦਾ ਆਵਾ ਗਵਨ ਮੁੱਕ ਗਿਆ। ਤੇ ਜੇ ਖੋਟੇ ਹੋ ਕੇ ਗਏ ਫਿਰ ਖੋਟੇ ਸੱਟੀਏ ਬਾਹਰ ਵਾਰ। ਬਾਹਰ ਦਾ ਅਰਥ ਆ ਸੰਸਾਰ ਮੰਡਲ, ਫਿਰ ਖੋਟਿਆਂ ਨੂੰ ਮੰਡਲ ਵਿੱਚ ਸੁੱਟ ਦਿੱਤਾ ਜਾਣਾ ਹੈ। ਫਿਰ ਇਹ ਜੀਵਨ ਪਤਾ ਨਹੀਂ ਕਿਹੜਾ ਭੋਗਣ ਵਾਸਤੇ ਮਿਲਣਾ ਹੈ। ਮੁੜ ਕੇ ਆ ਜਨਮ ਦਾ ਤੀ ਆਸ ਤਾਂ ਛੱਡ ਦਈਏ ਕਿ ਮਨੁੱਖਾ ਜਨਮ ਮਿਲਣਾ। ਇਹ ਵੀ ਜ਼ਿਕਰ ਕੀਤਾ ਸੀ ਕਿ ਕਬੀਰ ਜੀ ਦੇ ਮੁਤਾਬਕ, ਕਬੀਰ ਸਾਹਿਬ ਜੀ ਦੇ ਮੁਤਾਬਕ ਕਿ ਜਿਹੜਾ ਬੀਜ ਫਲ ਬਣ ਗਿਆ ਨਾ, ਉਹ ਫਲ ਤੋਂ ਅੱਗੇ ਕਿੱਥੇ ਜਾਏਗਾ? ਉਹਨੂੰ ਫਲ ਤੋਂ ਬਾਅਦ ਫਿਰ ਬੀਜ ਹੀ ਬਣਨਾ ਪੈਣਾ ਹੈ। ਇਹ ਫਲ ਹੈ ਜਿਹੜਾ ਮਨੁੱਖਾ ਜਨਮ ਸਾਨੂੰ ਮਿਲਿਆ। ਸਾਹਿਬ ਕਹਿੰਦੇ ਇਹ ਸੱਚ ਹੈ, ਤੂੰ ਇਹਦੀ ਚਿੰਤਾ ਨਾ ਕਰ, ਇਹ ਤਾਂ ਹੋਣਾ ਹੀ ਹੋਣਾ। ਇੱਕ ਦਿਨ ਆਖਰੀ ਸਾਹ ਇਸ ਸਰੀਰ ਵਿੱਚੋਂ ਦੀ ਨਿਕਲਣਾ, ਕਦੋਂ ਕਿਵੇਂ ਕਿੱਥੇ ਇਹ ਨਹੀਂ ਪਤਾ। ਬਸ ਤੂੰ ਹਰ ਦਮ ਹਰ ਸਵਾਸ ਪਰਮੇਸ਼ਵਰ ਨੂੰ ਚੇਤੇ ਰੱਖ ਔਰ ਇਹ ਸੋਚ ਕਿ ਭਈ ਪ੍ਰਾਪਤ ਮਨੁੱਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਾਹਿਬ ਕਹਿੰਦੇ ਨਾਮ ਦੀ ਕਮਾਈ ਕਰ ਲੈ। ਕੋਈ ਦੁਨੀਆ 'ਚ ਸਦਾ ਥਿਰ ਨਾ ਰਿਹਾ ਤੇ ਨਾ ਕਿਸੇ ਨੇ ਸਦਾ ਥਿਰ ਰਹਿਣਾ ਹੈ। ਅਖੀਰ ਤੇ ਫਿਰ ਲਿਖਿਆ ਹੋਇਆ ਹੈ ਮਹਿਲੇ ਪਹਿਲੇ 17 ਅਸ਼ਟਪਦੀਆਂ। ਇਹਦਾ ਮਤਲਬ ਹੈ ਵੀ ਇੱਥੇ ਤੱਕ ਮਹਿਲੇ ਪਹਿਲੇ, ਪਹਿਲੇ ਦਾ ਅਰਥ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਜਿਹੜੀਆਂ ਨੇ ਅਸ਼ਟਪਦੀਆਂ ਵਾਲੇ ਜਿਹੜੇ ਸ਼ਬਦ ਨੇ ਉਹ 17 ਹੋ ਚੁੱਕੇ ਨੇ।
ਤੇ ਅਖੀਰ ਤੇ 17 ਗਿਣਤੀ ਦਾ ਵੀ ਲਿਖਿਆ ਹੋਇਆ ਹੈ। 8 ਦਾ ਮਤਲਬ ਹੈ 8 ਪਦੇ ਤੇ 17 ਦਾ ਮਤਲਬ 17 ਸ਼ਬਦ ਇੱਥੇ ਤੱਕ ਸੰਪੂਰਨ ਹੋ ਚੁੱਕੇ ਨੇ। ਅੱਗੋਂ ਫਿਰ ਜਿਹੜੇ ਸ਼ਬਦ ਹੈ ਉਹ ਗੁਰੂ ਅਮਰਦਾਸ ਮਹਾਰਾਜ ਸਤਿਗੁਰੂ ਜੀ ਦੇ ਆਰੰਭ ਹੋਣੇ ਆ। ਇਹ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਬੜੀ ਵੱਡੀ ਬਖਸ਼ਿਸ਼ ਹੈ ਕਿ ਅਸੀਂ ਇਹਦੇ ਵਿੱਚ ਨਾ ਘਟਾ ਸਕਦੇ ਹਾਂ ਤੇ ਨਾ ਇਹਦੇ ਵਿੱਚ ਕੁਝ ਵਾਧਾ ਕਰ ਸਕਦੇ ਹਾਂ। ਇਹਦੇ ਵਿੱਚ ਰਲਾ ਹੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਸਾਹਿਬ ਨੇ ਬਣਤਰ ਹੀ ਇੰਨੇ ਕਮਾਲ ਦੀ ਬਣਾਈ ਹੈ। ਤੋ ਇਹ ਸ਼ਬਦ ਦਾ ਜੋ ਕੇਂਦਰੀ ਭਾਵ ਸੀ ਉਹਨੂੰ ਸਮਝਦਿਆਂ ਹੋਇਆਂ ਅਰਦਾਸ ਮਾਲਕ ਜੀ ਦੇ ਚਰਨਾਂ ਵਿੱਚ ਕਰੀਏ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਉ ਇਹੋ, ਨਾਨਕ ਚਾਉ ਇਹੋ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਸਤਿਗੁਰੂ ਕਿਰਪਾ ਕਰਨ। ਸਵਾਸ ਸਵਾਸ ਪਰਮੇਸ਼ਵਰ ਦੇ ਨਾਮ ਦੀ ਕਮਾਈ ਕਰਨ ਦਾ ਬਲ ਬਖਸ਼ਣ, ਬੰਦਗੀ ਕਰਨ ਦਾ ਬਲ ਬਖਸ਼ਣ, ਬਾਣੇ ਤੇ ਬਾਣੀ ਨਾਲ ਜੋੜਨ, ਅੰਮ੍ਰਿਤ ਵੇਲਾ ਨਿਤਨੇਮ ਦੀਆਂ ਦਾਤਾਂ ਬਖਸ਼ ਕੇ ਨਿਵਾਜਣ ਤਾਂ ਕਿ ਸਵਾਸ ਸਵਾਸ ਪਰਮੇਸ਼ਵਰ ਨੂੰ ਚੇਤੇ ਰੱਖਦਿਆਂ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰਿ ਪ੍ਰਭ ਆਪੇ ਮੇਲੇ ਜੀਵਨ ਬਣ ਸਕੇ। ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਨੇ ਸਤਿਗੁਰੂ ਬਖਸ਼ ਦੇਣ, ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਣ। ਪਾਵਨ ਸ਼ਬਦ ਦੀਆਂ ਪਾਵਨ ਪੰਕਤੀਆਂ ਆਪਣੇ ਹਿਰਦੇ ਦੇ ਅੰਦਰ ਵਸਾ ਲਈਏ ਜੀ। ਦਿਨ ਰਵ ਚੱਲੈ, ਨਿਸ ਸਸ ਚੱਲੈ, ਤਾਰਿਕਾ ਲਖ ਪਲੋਏ, ਮੁਕਾਮ ਉਹੀ ਏਕ ਹੈ, ਨਾਨਕਾ ਸੱਚ ਬਗੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।